ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਅੱਜ ਅਸੀਂ ਪਹੁੰਚੇ ਹਾਂ ਪਿੰਡ ਨੈਣੋਵਾਲ ਵਿਖੇ, ਜਿੱਥੇ ਕਿ ਕਿਸਾਨ ਜਥੇਬੰਦੀਆਂ ਦੇ ਲੀਡਰ ਜਿਨ੍ਹਾਂ ਨੇ ਕਿ ਕਿਸਾਨ ਸੰਘਰਸ਼ ਅੰਦੋਲਨ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਇੱਥੇ ਗੁਰਦੁਆਰਾ ਸਾਹਿਬ ਅਟਾਰੀ ਸਾਹਿਬ ਆ ਕੇ। ਅਤੇ ਦੋਸਤੋ, ਅੱਜ ਅਸੀਂ ਉਹਨਾਂ ਨਾਲ ਕਰਾਂਗੇ ਗੱਲਬਾਤ। ਪ੍ਰੋਗਰਾਮ ਮੇਰਾ ਪਿੰਡ ਮੇਰਾ ਮਾਣ ਵਿੱਚ ਮੈਂ ਪੂਨਮ ਕੌਰ ਆਪ ਸਭ ਦਾ ਸਵਾਗਤ ਕਰਦੀ ਹਾਂ। ਆਓ ਤੁਹਾਡੀ ਗੱਲਬਾਤ ਕਰਵਾਉਂਦੇ ਹਾਂ ਕਿਸਾਨ ਜਥੇਬੰਦੀ ਦੇ ਲੀਡਰ ਸਰਦਾਰ ਮਨਜੀਤ ਸਿੰਘ ਜੀ ਰਾਏ ਉਹਨਾਂ ਦੇ ਨਾਲ ਅਤੇ ਸਰਦਾਰ ਜੰਗਵੀਰ ਸਿੰਘ ਜੀ ਚੌਹਾਨ ਦੇ ਨਾਲ। ਆਓ ਕਰਦੇ ਉਹਨਾਂ ਦੇ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਸਰ, ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਮੁਬਾਰਕਬਾਦ ਦੇਣਾ ਚਾਹੁੰਦੀ ਹਾਂ ਕਿ ਕਿਸਾਨ ਜਥੇਬੰਦੀਆਂ ਨੇ ਆਪਣੇ ਇੰਨੇ ਕੜੇ ਸੰਘਰਸ਼ ਤੋਂ ਬਾਅਦ ਇੱਕ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਇੱਕ ਇਤਿਹਾਸਿਕ ਮੂਮੈਂਟ ਹੈ ਅਤੇ ਮੈਂ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੀ ਹਾਂ। ਬਹੁਤ ਬਹੁਤ ਮੁਬਾਰਕਾਂ ਜੀ। ਅਤੇ ਸਰ ਹੁਣ ਪੰਜਾਬੀ ਚੈਨਲ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਅਤੇ ਸਰ ਹੁਣ ਮੈਂ ਤੁਹਾਡੇ ਕੋਲੋਂ ਕਹਾਂਗੀ ਕਿ ਤੁਸੀਂ ਦੋ ਸ਼ਬਦ, ਸਾਰੇ ਜਿਹੜੇ ਦਰਸ਼ਕ ਦੇਖ ਰਹੇ ਨੇ, ਖਾਸ ਕਰਕੇ ਕਿਸਾਨ ਵੀਰ ਸਾਡਾ ਇਹ ਪ੍ਰੋਗਰਾਮ ਬਹੁਤ ਦੇਖਦੇ ਨੇ, ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਕਿਉਂਕਿ ਐਡੀ ਵੱਡੀ ਜਿੱਤ ਕਿਸਾਨਾਂ ਨੇ ਪ੍ਰਾਪਤ ਕੀਤੀ ਹੈ, ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਇਸ ਟਾਈਮ। ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਅੱਜ ਨੈਣੋਵਾਲ ਬੈਦ ਨਗਰ ਦੇ ਵਿੱਚ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਸੀ, ਉਹਦੀ ਜਿੱਤ ਤੋਂ ਬਾਅਦ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਪ੍ਰੋਗਰਾਮ ਨਗਰ ਨੈਣੋਵਾਲ ਵੱਲੋਂ ਰੱਖਿਆ ਗਿਆ, ਗੁਰੂ ਘਰ ਅਟਾਰੀ ਸਾਹਿਬ। ਔਰ ਇਹਨਾਂ ਦੇ ਸੱਦੇ 'ਤੇ ਅਸੀਂ ਦੋਵੇਂ ਸਾਥੀ ਆਏ ਸਾਂ, ਮੈਂ ਮਨਜੀਤ ਸਿੰਘ ਰਾਏ ਔਰ ਜੰਗਵੀਰ ਸਿੰਘ ਚੌਹਾਨ। ਮਹਾਰਾਜ ਦਾ ਸ਼ੁਕਰਾਨਾ ਕੀਤਾ ਹੈ ਕਿ ਅਕਾਲ ਪੁਰਖ ਦੀ ਕਿਰਪਾ ਹੋਈ ਹੈ, ਉਸ ਦੀ ਅਪਾਰ ਕਿਰਪਾ ਸਦਕਾ ਇਹ ਜਿਹੜਾ ਅੰਦੋਲਨ ਲਗਭਗ 1.25 ਸਾਲ ਤੋਂ ਉੱਪਰ ਚੱਲਿਆ ਹੈ, ਜਿਹੜਾ ਕਿ ਪਹਿਲਾਂ ਪੰਜਾਬ ਚੱਲਦਾ ਸੀ, ਦਿੱਲੀ ਦੀਆਂ ਬਰੂਹਾਂ 'ਤੇ 1 ਸਾਲ 13 ਦਿਨ ਚੱਲਿਆ, ਉਹਦੀ ਜਿੱਤ ਹੋਈ ਹੈ। ਉਹ ਜਿਹੜਾ ਹਾਕਮ ਸੀਗਾ ਹੰਕਾਰੀ, ਉਹਦਾ ਹੰਕਾਰ ਚਕਨਾਚੂਰ ਹੋਇਆ ਔਰ ਉਸਨੇ ਤਿੰਨੋਂ ਕਾਨੂੰਨ ਵਾਪਸ ਲਏ ਨੇ ਔਰ ਉਸ ਦੇ ਨਾਲ ਪੂਰੇ ਦੇਸ਼ ਦੇ ਕਿਸਾਨਾਂ ਦੀ ਜਿੱਤ ਹੋਈ ਹੈ ਔਰ ਖਾਸ ਕਰ ਪੰਜਾਬ ਦੀ ਔਰ ਸਾਡੀ ਕੌਮ ਦੀ ਜਿੱਤ ਹੋਈ ਹੈ। ਸੋ ਉਹ ਮਹਾਰਾਜ ਦਾ ਅੱਜ ਕੋਟਨ ਕੋਟ ਧੰਨਵਾਦ ਕੀਤਾ ਹੈ ਪਿੰਡ ਨੈਣੋਵਾਲ ਵਿਖੇ। ਸੋ ਇਹਨਾਂ ਦੇ ਸੱਦੇ 'ਤੇ ਆਏ ਸਾਂ। ਵਾਹਿਗੁਰੂ ਕਿਰਪਾ ਕਰੇ, ਇਹਨਾਂ ਨਗਰਾਂ 'ਤੇ ਵੀ ਚੜ੍ਹਦੀ ਕਲਾ ਰੱਖੇ, ਇਸੇ ਤਰ੍ਹਾਂ ਕੌਮ 'ਤੇ ਚੜ੍ਹਦੀ ਕਲਾ ਰੱਖੇ, ਇਸੇ ਤਰੀਕੇ ਨਾਲ ਕਿਸਾਨੀ ਦੀ ਚੜ੍ਹਦੀ ਕਲਾ ਰੱਖੇ। ਸੋ ਇਹ ਅਰਦਾਸਾਂ ਕਰਦੇ ਹਾਂ। ਧੰਨਵਾਦ ਕਰਦੇ ਹਾਂ ਪੰਜਾਬੀ ਮੀਡੀਆ ਦਾ, ਕਿਉਂਕਿ ਜਿਨ੍ਹਾਂ ਨੇ ਇਸ ਅੰਦੋਲਨ ਦੇ ਵਿੱਚ ਸਾਡਾ ਵੱਧ ਚੜ੍ਹ ਕੇ ਸਾਥ ਦਿੱਤਾ। ਨਾਲ ਦੀ ਨਾਲ ਨੈਣੋਵਾਲ ਨਗਰ ਵਾਸੀਆਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਸ ਜਿੱਤ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਨੂੰ, ਜਿਤਾਉਣ ਦੇ ਵਿੱਚ ਦਿਨ ਰਾਤ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਹੈ। ਸਤਨਾਮ ਸਿੰਘ ਜੀ ਢਿੱਲੋਂ, ਨਗਿੰਦਰ ਸਿੰਘ ਜੀ, ਸਾਡੇ ਸੁਖਵਿੰਦਰ ਸਿੰਘ ਨੰਬਰਦਾਰ ਸਾਹਿਬ ਤੇ ਹੋਰ ਸਾਰੇ ਪਿੰਡ ਵਾਸੀ, ਸਾਡੀ ਇੱਕ ਭੈਣ ਐਡਵੋਕੇਟ, ਉਹ ਵੀ ਸਾਡੇ ਨਾਲ ਸਾਰਾ ਨਗਰ ਇਕੱਠਾ ਹੋਇਆ ਔਰ ਪਹਿਲਾਂ ਵੀ ਸਾਡੇ ਇਸ ਅੰਦੋਲਨ ਦੇ ਵਿੱਚ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਹੈ। ਔਰ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਅਸੀਂ ਅੱਜ ਅੰਦੋਲਨ ਜਿੱਤ ਕੇ ਜਿਹੜਾ ਸਾਰੇ ਪੰਜਾਬ ਦੇ ਜਾਂ ਸਿੱਖ ਕੌਮ ਦੇ ਜਾਂ ਆਲ ਵਰਲਡ ਦੇ ਲੋਕਾਂ ਦੀ ਝੋਲੀ ਪਾਇਆ, ਕਿਉਂਕਿ ਲੋਕਾਂ ਨੂੰ ਉਮੀਦ ਸੀ, ਉਹਨਾਂ ਨੇ ਸਾਨੂੰ ਸੇਵਾ ਲਾ ਕੇ ਇੱਥੋਂ ਤੋਰਿਆ ਸੀ। 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ, ਜਿਸ ਤਰ੍ਹਾਂ ਰਾਜ ਸਾਹਿਬ ਨੇ ਦੱਸਿਆ ਕਿ ਅੱਜ ਸਿੱਖ ਕੌਮ ਦਾ ਸਿਰ ਜਿਹੜਾ ਉੱਚਾ ਹੋਇਆ ਆ, ਤੇ ਉਹਨਾਂ ਨੂੰ ਵੀ ਇੱਕ ਉਮੀਦ ਤੇ ਇੱਕ ਆਸ ਸੀ। ਤੇ ਗੁਰੂ ਮਹਾਰਾਜ ਜੀ ਨੇ ਅੱਜ ਪੂਰੀ ਕਿਰਪਾ ਕੀਤੀ, ਅੱਜ ਪੂਰਾ ਕੌਮ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਿਆ, ਇੱਕ ਨਵਾਂ ਇਤਿਹਾਸ ਸਿਰਜਿਆ। ਇੱਕ ਮਜ਼ਦੂਰ ਆ ਜਿਹੜਾ, ਉਹਦਾ ਵੀ ਕਿਤੇ ਨਾ ਕਿਤੇ ਬਹੁਤ ਵੱਡਾ ਬਚਾਅ ਹੋਇਆ ਆ ਔਰ ਆਵਾਮ ਜਿਹੜੀ ਆ ਅੱਜ ਪੂਰੀ ਇਸ ਅੰਦੋਲਨ ਦੇ ਨਾਲ ਜੁੜੀ ਹੋਈ ਸੀਗੀ। ਔਰ ਇੱਕ ਮੈਂ ਕਹਿੰਦਾ ਫਖਰ ਵਾਲੀ ਗੱਲ ਆ ਕਿ ਅੱਜ ਅੰਦੋਲਨ ਜਿੱਤ ਕੇ ਅਸੀਂ ਜਦੋਂ ਵਾਪਸ ਆਏ ਆ ਤੇ ਅੱਜ ਪੂਰੇ ਨੈਣੋਵਾਲ ਵੈਦ ਵਾਸੀਆਂ ਨੇ ਜਿਹੜਾ ਮਹਾਰਾਜ ਦਾ ਸ਼ੁਕਰਾਨੇ ਦੇ ਸੰਬੰਧ ਦੇ ਵਿੱਚ ਗੁਰੂ ਮਹਾਰਾਜ ਜੀ ਦੇ ਪਾਠਾਂ ਦੇ ਭੋਗ ਇੱਥੇ ਅੱਜ ਪਾਉਣੇ ਆ ਔਰ ਅੱਜ ਸ਼ੁਕਰਾਨਾ ਕਰਨਾ ਆ, ਤੇ ਇੱਥੇ ਅਸੀਂ ਪਹੁੰਚੇ। ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ, ਪੂਰੀ ਸਿੱਖ ਕੌਮ ਦਾ ਧੰਨਵਾਦ ਕਰਦੇ ਹਾਂ, ਆਵਾਮ ਦਾ ਧੰਨਵਾਦ ਕਰਦੇ ਹਾਂ, ਪੂਰੇ ਦੇਸ਼ ਵਾਸੀਆਂ ਦਾ ਧੰਨਵਾਦ ਕਰਦੇ ਹਾਂ, ਕਿਉਂਕਿ ਇੱਕ ਇਤਿਹਾਸਿਕ ਜਿੱਤ ਜਿਹੜੀ ਹੋਈ ਹੈ, ਇੱਕ ਜਨ ਅੰਦੋਲਨ ਬਣਿਆ, ਤਦ ਕਰਕੇ ਇਤਿਹਾਸਿਕ ਜਿੱਤ ਹੋਈ ਆ। ਔਰ ਅੱਜ ਅਸੀਂ ਇਹ ਅਰਦਾਸ ਬੇਨਤੀ ਕਰਦੇ ਹਾਂ ਕਿ ਜਿਹੜੀ ਇਹ ਜਿੱਤ ਆ, ਜਿਹੜਾ ਇਹ ਨਵਾਂ ਇਤਿਹਾਸ ਬਣਿਆ, ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਅਸੀਂ ਇਹਨੂੰ ਸਟੈਂਡ ਰੱਖੀਏ, ਇਹਨੂੰ ਲੋਕਾਂ ਦੇ ਵਿੱਚ ਪ੍ਰਚਾਰੀਏ ਤੇ ਕਿਸਾਨ ਜਥੇਬੰਦੀਆਂ ਦਾ ਮਿਲ ਜੁਲ ਕੇ ਆਪਾਂ ਸਾਥ ਦਈਏ। ਜੀ, ਤੁਸੀਂ ਸਾਡੇ ਦਰਸ਼ਕਾਂ ਨੂੰ ਬਹੁਤ ਹੀ ਵਧੀਆ ਸੰਦੇਸ਼ ਦਿੱਤਾ ਸਰ। ਇੱਕ ਵਾਰੀ ਫੇਰ ਮੇਰੇ ਵੱਲੋਂ ਤੇ ਵੀ ਪੰਜਾਬੀ ਦੀ ਪੂਰੀ ਟੀਮ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਸਰ ਥੈਂਕ ਯੂ ਸੋ ਮਚ। ਤੇ ਦੋਸਤੋ, ਇੱਥੇ ਹੋਰ ਵੀ ਪਿੰਡ ਦੇ ਬਹੁਤ ਸਾਰੇ ਆਗੂ ਖੜੇ ਨੇ, ਪਿੰਡ ਦੇ ਹੋਰ ਆਮ ਲੋਕ ਵੀ ਖੜੇ ਨੇ। ਤੁਹਾਡੀ ਗੱਲਬਾਤ ਕਰਾਵਾਂਗੇ ਪਿੰਡ ਦੇ ਸਰਪੰਚ ਸਾਹਿਬ ਦੇ ਨਾਲ ਤੇ ਹੋਰ ਆਗੂਆਂ ਦੇ ਨਾਲ, ਤੇ ਇੱਥੇ ਦੀ ਆਮ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਵਾਂਗੇ ਤੇ ਜਾਣਾਂਗੇ ਪਿੰਡ ਦੇ ਬਾਰੇ। ਹੋਰ ਬਹੁਤ ਸਾਰੀਆਂ ਖੂਬਸੂਰਤ ਗੱਲਾਂ ਦਿਖਾਵਾਂਗੇ ਤੁਹਾਨੂੰ, ਪਿੰਡ ਦੀਆਂ ਗਲੀਆਂ, ਤੇ ਕਰਾਵਾਂਗੇ ਰੂਬਰੂ ਇੱਥੋਂ ਦੇ ਲੋਕਾਂ ਦੇ ਨਾਲ।
ਦੋਸਤੋ ਸਾਡੇ ਨਾਲ ਇੱਥੇ ਮੌਜੂਦ ਨੇ ਪਿੰਡ ਨੈਣੋਵਾਲ ਦੇ ਸਾਬਕਾ ਸਰਪੰਚ। ਉਹਨਾਂ ਨਾਲ ਅਸੀਂ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਤੇ ਉਹਨਾਂ ਤੋਂ ਪੁੱਛਦੇ ਹਾਂ ਕਿ ਅੱਜ ਦਾ ਜੋ ਇਹ ਸ਼ੁਕਰਾਨਾ ਸਮਾਗਮ ਹੈ ਇਸ ਦੇ ਬਾਰੇ ਉਹ ਕੀ ਕਹਿਣਾ ਚਾਹੁੰਦੇ ਨੇ। ਆਓ ਕਰਦੇ ਹਾਂ ਗੱਲਬਾਤ। ਸਰ, ਜਿਹੜਾ ਅੱਜ ਇੱਥੇ ਗੁਰਦੁਆਰਾ ਸਾਹਿਬ ਅਟਾਰੀ ਸਾਹਿਬ ਵਿਖੇ ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਜਿਹੜਾ ਧੰਨਵਾਦ ਸਮਾਗਮ ਰੱਖਿਆ ਗਿਆ, ਇਸ ਦੇ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਵੀ ਪੰਜਾਬੀ ਚੈਨਲ ਵਾਲਿਆਂ ਦਾ ਅਤੀ ਧੰਨਵਾਦੀ ਹਾਂ, ਟੀਮ ਦਾ, ਕਿ ਉਹਨਾਂ ਨੇ ਆ ਕੇ ਇੱਥੇ ਸਾਡੇ ਪਿੰਡ ਨੂੰ ਜਿਹੜੀ ਕਵਰੇਜ ਦਿੱਤੀ ਆ, ਅਸੀਂ ਧੰਨਵਾਦੀ ਹਾਂ। ਦੂਸਰੀ ਗੱਲ ਇਹ ਹੈ, ਇਹ ਜੋ ਕਿਸਾਨ ਸੰਘਰਸ਼ ਚੱਲਿਆ, ਇਹ ਜਿਹੜੀ ਸਮਾਜ ਦੇ ਉੱਤੇ ਇੱਕ ਸੱਟ ਮਾਰੀ ਸੀ ਸੈਂਟਰ ਸਰਕਾਰ ਨੇ, ਕਿਸਾਨਾਂ ਦੇ ਉੱਤੇ ਸੱਟ ਮਾਰੀ, ਮਜ਼ਦੂਰਾਂ 'ਤੇ ਸੱਟ ਮਾਰੀ, ਹਰ ਇੱਕ ਵਰਗ 'ਤੇ ਜਿਹੜੀ ਸੱਟ ਮਾਰੀ ਸੀ ਉਹਨੂੰ ਕਵਰ ਕਰਨ ਦੇ ਲਈ ਜਿਹੜੇ ਸੰਘਰਸ਼ ਚੱਲਿਆ, ਔਰ ਬੜਾ ਵਧੀਆ ਸੰਘਰਸ਼ ਚੱਲਿਆ। ਜਿਹੜੇ ਸਾਡੇ ਲੀਡਰ ਸੀ ਉਹਨਾਂ ਨੇ ਬੜੀ ਸੁਹਿਰਦਤਾ ਦੇ ਨਾਲ ਇਹ ਜਿਹੜਾ ਸੰਘਰਸ਼ ਆ ਇਹਨੂੰ ਸ਼ਾਂਤਮਈ ਢੰਗ ਦੇ ਨਾਲ ਅੱਗੇ ਤੋਰ ਕੇ ਜਿਹੜੀ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਆ। ਅਸੀਂ ਉਹ ਸੰਘਰਸ਼ ਕਮੇਟੀ ਦੇ ਜਿਹੜੇ ਨੁਮਾਇੰਦੇ ਸਾਡੇ ਕੋਲ ਅੱਜ ਇੱਥੇ ਪਹੁੰਚੇ ਆ, ਅਸੀਂ ਉਹਨਾਂ ਦਾ ਧੰਨਵਾਦ ਕਰਨ ਲਈ ਉਹਨਾਂ ਨੂੰ ਇੱਥੇ ਸੱਦਿਆ ਸੀ, ਉਹਨਾਂ ਦਾ ਅਸੀਂ ਮਾਣ ਸਤਿਕਾਰ ਕੀਤਾ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਜਿਹੜੇ ਅਖੰਡ ਪਾਠ ਸਾਹਿਬ ਜੇ ਉਹ ਵੀ ਅੱਜ ਭੋਗ ਪੈਣੇ ਆ, ਉਪਰੰਤ ਜਿਹੜੇ ਲੰਗਰ ਵੀ ਛਕਾਏ ਜਾਣੇ ਆ। ਸੋ ਅਸੀਂ ਸੰਘਰਸ਼ ਕਮੇਟੀ ਦੇ ਜਿਹੜੇ ਆ ਉਹ ਬਹੁਤ ਬਹੁਤ ਧੰਨਵਾਦੀ ਹਾਂ। ਅਗਲੀ ਆਪਾਂ ਰਣਨੀਤੀ ਸੰਘਰਸ਼ ਕਮੇਟੀ ਦੀ ਚਾਹੁੰਦੇ ਹਾਂ ਕਿ ਉਹ ਇਸ ਸਮਾਜ ਨੂੰ ਜਿਸ ਤਰੀਕੇ ਨਾਲ ਇਹਨਾਂ ਨੇ ਦਿੱਲੀ ਦੇ ਵਿੱਚ ਸੇਧ ਦਿੱਤੀ ਆ, ਜਿਸ ਤਰੀਕੇ ਨਾਲ ਉਹ ਸੰਘਰਸ਼ ਨੂੰ ਲੈ ਕੇ ਚੱਲੇ ਆ, ਉਸੇ ਤਰੀਕੇ ਦੇ ਨਾਲ ਇਹ ਸਾਡੇ ਸਮਾਜ ਨੂੰ ਸੇਧ ਦੇ ਕੇ ਇਸ ਪੰਜਾਬ ਨੂੰ ਅੱਗੇ ਲਿਜਾਣ ਲਈ ਅਗਲੇ ਹੋਰ ਕਦਮ ਜਿਹੜੇ ਆ ਜੋ ਵਾਜਬ ਬਣਦੇ ਉਹ ਚੱਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਦੋਸਤੋ, ਹੁਣ ਸਾਡੇ ਨਾਲ ਜੁੜ ਚੁੱਕੇ ਨੇ ਪਿੰਡ ਨੈਣੋਵਾਲ ਦੇ ਨੰਬਰਦਾਰ ਸਤਨਾਮ ਸਿੰਘ ਜੀ। ਇਹਨਾਂ ਨੂੰ ਅਸੀਂ ਪੁੱਛਦੇ ਹਾਂ ਕਿ ਸਭ ਤੋਂ ਪਹਿਲਾਂ ਇਹ ਸਾਡੇ ਦਰਸ਼ਕਾਂ ਨੂੰ ਦੱਸਣ ਕਿ ਜੋ ਗੁਰਦੁਆਰਾ ਅਟਾਰੀ ਸਾਹਿਬ ਦੀ ਥੋੜੀ ਜਿਹੀ ਹਿਸਟਰੀ ਦੱਸਣ ਸਾਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਵੀ ਪੰਜਾਬ ਚੈਨਲ ਦਾ, ਜਿਨ੍ਹਾਂ ਨੇ ਸਾਡੇ ਪਿੰਡ ਆਣ ਕੇ ਸਾਡੇ ਇਸ ਪ੍ਰੋਗਰਾਮ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ। ਕਵਰ ਕੀਤਾ, ਕੋਸ਼ਿਸ਼ ਨਹੀਂ ਕੀਤੀ। ਤੇ ਬਾਕੀ ਇਹ ਗੁਰਦੁਆਰਾ ਸਾਹਿਬ ਸਾਡੇ ਪਾਕਿਸਤਾਨ ਬਣਨ ਤੋਂ ਪਹਿਲਾਂ ਇੱਥੇ ਸੰਤ ਸੇਵਾ ਸਿੰਘ ਜੀ ਹੋਏ ਸੀ ਤੇ ਉਹਨਾਂ ਦੀ ਇਸ ਨਗਰ ਨਾਲ ਬਹੁਤ ਜ਼ਿਆਦਾ ਨੇੜਤਾ ਸੀ। ਜਦੋਂ 47 ਦੇ ਰੌਲੇ ਪਏ ਆ, ਉਦੋਂ ਵੀ ਮੰਨ ਲਓ ਉਹਨਾਂ ਨੇ ਇੱਥੇ ਕਾਫੀ ਉਹਨਾਂ ਦੀ ਮੰਨਤਾ ਸੀ। ਉਹ ਪਹਿਲਾਂ ਇੱਕ ਛੋਟੀ ਜਿਹੀ ਅਟਾਰੀ ਹੁੰਦੀ ਸੀ, ਉਹ ਅਟਾਰੀ ਤੋਂ ਬਾਅਦ 'ਚ ਗੁਰਦੁਆਰਾ ਸਾਹਿਬ ਬਣ ਗਿਆ ਜਦੋਂ ਸਾਡੇ ਬਜ਼ੁਰਗ ਆਏ ਆ। ਬਸ ਸਾਨੂੰ ਇਹਨਾਂ ਪਤਾ ਵੀ ਬਾਬਾ ਸੇਵਾ ਸਿੰਘ ਦੇ ਨਾਮ 'ਤੇ ਇਹ ਗੁਰਦੁਆਰਾ ਬਣਾਇਆ ਗਿਆ ਆ। ਅੱਜ ਇੱਥੇ ਕਿਸਾਨ ਸੰਘਰਸ਼ ਦੀ ਜਿੱਤ ਦੇ ਵਿੱਚ ਪਾਠ ਰੱਖੇ ਸੀ, ਉਹਨਾਂ ਦਾ ਭੋਗ ਪੈਣਾ। ਉਸ ਤੋਂ ਪਹਿਲਾਂ ਸਾਡੇ ਦੁਆਬਾ ਕਿਸਾਨ ਕਮੇਟੀ ਦੇ ਜੰਗਵੀਰ ਸਿੰਘ ਚੌਹਾਨ, ਬੀਕੇ ਜੀ ਤੋਂ ਸਰਦਾਰ ਮਨਜੀਤ ਸਿੰਘ ਰਾਏ ਉਹ ਪਹੁੰਚੇ ਸੀ, ਉਹਨਾਂ ਦਾ ਸਨਮਾਨ ਅਸੀਂ ਅੱਜ ਪਿੰਡ ਵੱਲੋਂ ਰੱਖਿਆ ਗਿਆ ਸੀ। ਬਾਕੀ ਪਿੰਡ ਬਾਰੇ ਸਮੇਂ-ਸਮੇਂ 'ਤੇ ਸਾਡੀ ਐਡਵੋਕੇਟ ਗੁੱਡੀਆ ਹਰਜੀਤ ਕੌਰ ਉਹ ਸਾਨੂੰ ਗਾਈਡਲਾਈਨ ਦਿੰਦੇ ਰਹਿੰਦੇ ਆ। ਪਿੰਡ ਦੇ ਸਾਡੇ ਸਾਬਕਾ ਸਰਪੰਚ ਨਗਿੰਦਰ ਸਿੰਘ, ਉਹ ਹੁਣ ਉਹਨਾਂ ਦੀ ਮਿਸੇਜ ਸਰਪੰਚ ਆ। ਬਹੁਤ ਵਧੀਆ ਤਰੀਕੇ ਨਾਲ ਉਹਨਾਂ ਦੀ ਰਹਿਨੁਮਾਈ ਹੇਠ ਸਾਡੇ ਪਿੰਡ ਵਿੱਚ ਗਲੀਆਂ ਨਾਲੀਆਂ ਸਭ ਬਹੁਤ ਵਧੀਆ ਬਣ ਗਈਆਂ। ਹਰ ਪਾਸੇ ਜਿੱਧਰ ਵੀ ਤੁਸੀਂ ਜਾਓਗੇ ਪਿੰਡ ਤੁਹਾਨੂੰ ਕੋਈ ਓਪਨ ਨਾਲੀ ਬਹੁਤ ਘੱਟ ਦਿਸੂਗੀ। ਬਹੁਤ ਵਧੀਆ ਤਰੱਕੀ ਪਿੰਡ ਦੀ ਕਰਾਈ ਆ। ਇਸੇ ਤਰ੍ਹਾਂ ਜਾਣੀ ਹੁਣ ਉਹਨਾਂ ਦੀ ਰਹਿਨੁਮਾਈ ਹੇਠ ਹੀ NRIਆਂ ਦੇ ਸਹਿਯੋਗ ਨਾਲ ਅਸੀਂ ਪਿੰਡ ਦੇ ਸਿਵਿਆਂ ਦੇ ਵਿੱਚ ਸ਼ੈੱਡ ਬਣਾ ਰਹੇ ਹਾਂ। ਵੱਡੀ ਗੱਲ, 2 ਸਿਵੇ ਸੀ, ਆਤਰਮੀਆਂ ਦੇ ਅਲੱਗ, ਜੱਟਾਂ ਦੇ ਅਲੱਗ ਸੀ, ਉਹ ਦੋਨੇ ਇੱਕ ਥਾਂ ਕਰ ਦਿੱਤੇ ਆ। ਇਹ ਵੀ ਉਹਨਾਂ ਦੀ ਵਿਲੱਖਣਤਾ ਆ। ਉਹਨਾਂ ਦੀ ਰਹਿਨੁਮਾਈ ਹੇਠ ਪਿੰਡ ਕਾਫੀ ਤਰੱਕੀ ਕਰ ਰਿਹਾ ਆ। ਤੁਸੀਂ ਅੱਜ ਪਿੰਡ ਵਿੱਚ ਰਾਊਂਡ ਮਾਰੋਗੇ ਤੁਹਾਨੂੰ ਆਪਣੇ ਆਪ ਇਸ ਪਿੰਡ ਦੀ ਮੂੰਹ ਬੋਲਦੀ ਤਸਵੀਰ ਨਜ਼ਰ ਆਵੇਗੀ। ਜੀ, ਬਹੁਤ ਹੀ ਵਧੀਆ ਇਹਨਾਂ ਨੇ ਸਾਨੂੰ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਿਆ ਤੇ ਪਿੰਡ ਬਾਰੇ ਵੀ ਦੱਸਿਆ। ਤੇ ਜਿਸ ਤਰ੍ਹਾਂ ਕਿ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਬੋ, ਕਿ ਮਾਨਸ ਹਰ ਕੋਈ ਜਾਤਾਂ ਪਾਤਾਂ ਤਾਂ ਸਾਨੂੰ ਇੱਥੇ ਧਰਤੀ 'ਤੇ ਜਨਮ ਲੈਣ ਤੋਂ ਬਾਅਦ ਮਿਲਦੀਆਂ ਨੇ, ਪਹਿਲਾਂ ਤਾਂ ਅਸੀਂ ਸਾਰੇ ਇੱਕੋ ਹੀ ਹੁੰਦੇ ਹਾਂ। ਅਤੇ ਇਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਕਿ ਸਿਵੇ ਜਿਹੜੇ ਅਲੱਗ-ਅਲੱਗ ਹੁੰਦੇ ਸੀ ਪਿੰਡ 'ਚ, ਕਿਉਂਕਿ ਮਰਨ ਤੋਂ ਬਾਅਦ ਤਾਂ ਸਰੀਰ ਹੈ ਮਿੱਟੀ ਆ, ਅਤੇ ਇਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਕਿ ਇਨਸਾਨੀਅਤ ਨੂੰ ਇੱਕ ਬੜੀ ਵਧੀਆ ਸਿੱਖਿਆ ਦਿੱਤੀ ਹੈ ਕਿ ਜਾਤਾਂ ਪਾਤਾਂ ਦੇ ਵਿੱਚ ਆ ਕੇ ਵੰਡ ਹੋ ਕੇ ਆਪਸ 'ਚ ਇੱਕ ਦੂਸਰੇ ਦਾ ਬੁਰਾ ਨਾ ਕਰੋ। ਅਸੀਂ ਸਾਰੇ ਇੱਕ ਹਾਂ, ਏਕ ਪਿਤਾ ਏਕਸ ਕੇ ਹਮ ਬਾਰਿਕ। ਅਤੇ ਇਸੇ ਸੁਨੇਹੇ ਦੇ ਨਾਲ ਅਸੀਂ ਚਲੋ ਹੁਣ ਇਸ ਪਿੰਡ 'ਚ ਅੱਗੇ ਚੱਲਦੇ ਹਾਂ ਅਤੇ ਤੁਹਾਨੂੰ ਦਿਖਾਉਂਦੇ ਹਾਂ ਕਿ ਇਸ ਪਿੰਡ ਦੀ ਹੋਰ ਕੀ ਵਿਲੱਖਣਤਾ ਹੈ।
ਦੋਸਤੋ ਐਂਬੂਲੈਂਸ ਦੇਖ ਕੇ ਘਬਰਾਇਓ ਨਾ, ਨਹੀਂ ਮੈਨੂੰ ਕਿਤੇ ਚੱਕਰ ਨਹੀਂ ਆ ਗਏ ਤੇ ਮੈਨੂੰ ਨਹੀਂ ਕਿਤੇ ਲੈ ਕੇ ਚੱਲੇ ਹੈਗੇ। ਇਹਦੀ ਵੀ ਇੱਕ ਸਟੋਰੀ ਹੈ ਜੋ ਕਿ ਬੜੀ ਇੰਪੋਰਟੈਂਟ ਹੈ, ਉਹ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਦੋਸਤੋ ਸੇਵਾ ਭਾਵ ਜਿਹੜਾ ਹੈ ਇਹ ਸਬੱਬ ਨਾਲ ਮਿਲਦਾ ਹੈ। ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਸੇਵਾ ਕਰਨੀ, ਅਤੇ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਇਸ ਪਿੰਡ ਦੇ ਲੋਕਾਂ ਦੇ ਵਿੱਚ ਸੇਵਾ ਭਾਵ ਕੁੱਟ-ਕੁੱਟ ਕੇ ਭਰਿਆ ਹੋਇਆ ਹੈ। ਇਸੇ ਸੇਵਾ ਭਾਵ ਦੇ ਤਹਿਤ ਇੱਥੋਂ ਦੇ ਪਿੰਡ ਵਾਸੀਆਂ ਨੇ ਨੇੜੇ ਦੇ ਪਿੰਡ ਬੂਰੇ ਰਾਜਪੂਤ ਦੇ ਨਾਲ ਮਿਲ ਕੇ ਫ੍ਰੀ ਐਂਬੂਲੈਂਸ ਸੇਵਾ ਇੱਥੇ ਸ਼ੁਰੂ ਕੀਤੀ ਹੈ। ਅਤੇ ਆਓ ਅਸੀਂ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਨੇੜਲੇ ਪਿੰਡ ਦੇ ਸਰਪੰਚ ਸਾਹਿਬ ਦੇ ਨਾਲ, ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ ਇਸ ਫ੍ਰੀ ਸਰਵਿਸ ਦੇ ਬਾਰੇ। ਸਤਿ ਸ਼੍ਰੀ ਅਕਾਲ ਸਰ, ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ। ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਤੁਸੀਂ ਆਪਣਾ ਨਾਮ ਦੱਸਿਓ ਜੀ। ਧੰਨਵਾਦ ਜੀ। ਮੇਰਾ ਨਾਮ ਸਰਦਾਰ ਜੋਗਾ ਸਿੰਘ ਸਰੋਆ, ਪਿੰਡ ਬੂਰੇ ਰਾਜਪੂਤਾਂ। ਮੈਂ ਇਸ ਪਿੰਡ ਦਾ ਸਰਪੰਚ ਅਤੇ ਲੰਬੜਦਾਰ ਹਾਂ ਜੀ। ਅਤੇ ਸਰ ਹੁਣ ਇਹ ਦੱਸਿਓ ਕਿ ਇਹ ਤਾਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ, ਕਿਉਂਕਿ ਪਿੰਡਾਂ 'ਚ ਯੂਜੂਅਲੀ ਇਹ ਹੁੰਦਾ ਕਿ ਕਦੀ ਵੀ ਕੋਈ ਔਕੜ ਆਉਂਦੀ ਹੈ, ਕੋਈ ਹੈਲਥ ਇਸ਼ੂ ਆਉਂਦਾ ਹੈ, ਅਤੇ ਉੱਥੇ ਐਂਬੂਲੈਂਸ ਦੀ ਸਰਵਿਸ ਜਿਹੜੀ ਹੁੰਦੀ ਆ ਉਹ ਇੰਨੀ ਕਾਰਗਰ ਨਹੀਂ ਹੁੰਦੀ। ਸ਼ਹਿਰਾਂ 'ਚ ਤਾਂ ਥਾਂ ਮਿਲ ਜਾਂਦੀ ਹੈ, ਪਿੰਡਾਂ 'ਚ ਨਹੀਂ ਹੁੰਦੀ। ਅਤੇ ਤੁਹਾਡੇ ਮਨ 'ਚ ਇਹ ਵਿਚਾਰ ਕਦੋਂ ਆਇਆ ਬਈ ਇਹ ਸਾਨੂੰ ਆਪਣੇ ਪਿੰਡਾਂ ਦੇ ਵਾਸਤੇ ਇਹ ਫ੍ਰੀ ਐਂਬੂਲੈਂਸ ਸੇਵਾ ਸ਼ੁਰੂ ਕਰਨੀ ਚਾਹੀਦੀ ਹੈ? ਮੈਂ ਸੋਸ਼ਲ ਕੰਮਾਂ ਨਾਲ ਬਹੁਤ ਜ਼ਿਆਦਾ ਜੁੜਿਆ ਹਾਂ ਜੀ। ਮੇਰਾ ਲੰਬਾ ਟਾਈਮ ਹੋ ਗਿਆ ਸੋਸ਼ਲ ਕੰਮ ਕਰਦਿਆਂ ਨੂੰ। ਜੀ। ਮੈਂ ਇਹ ਦੇਖਿਆ ਆਪਣੇ ਪਿੰਡਾਂ ਦੇ ਵਿੱਚ ਜਦੋਂ ਕਿਤੇ ਐਮਰਜੈਂਸੀ ਕਿਸੇ ਨੂੰ ਲੋੜ ਪੈਂਦੀ ਆ, ਕਾਰਾਂ 'ਚ ਬੰਦਾ ਮਰੀਜ਼ ਨੂੰ ਲਿਜਾ ਨਹੀਂ ਸਕਦੇ ਅਤੇ ਐਂਬੂਲੈਂਸਾਂ ਮਿਲਦੀਆਂ ਨਹੀਂ। ਇਸੇ ਤਰ੍ਹਾਂ ਸਾਡੇ GT ਰੋਡ ਬਿਲਕੁਲ ਲਾਗੇ ਆ, ਟਾਂਡਾ ਟੂ ਹੁਸ਼ਿਆਰਪੁਰ, ਇੱਥੇ ਬਹੁਤ ਸਾਰੇ ਐਕਸੀਡੈਂਟ ਹੋਏ ਜਿਹੜੇ ਐਂਬੂਲੈਂਸ ਦੀ ਘਾਟ ਦੇ ਨਾਲ ਮੌਤ ਹੋ ਗਈ। ਅਤੇ ਮੈਂ ਫਿਰ ਸਤਨਾਮ ਸਿੰਘ ਢਿੱਲੋਂ, ਇਹ ਨੈਣੋਵਾਲ ਵੈਦ ਤੋਂ, ਇਹਨਾਂ ਨਾਲ ਮੈਂ ਗੱਲਬਾਤ ਕੀਤੀ ਕਿ ਭਾਜੀ ਇਹ ਸੇਵਾ ਆਪਾਂ ਕਰੀਏ, ਬਾਕੀ ਵੀ ਸੇਵਾ ਕੀਤੀਆਂ, ਇਹ ਸੇਵਾ ਵੀ ਕਰੀਏ। ਅਤੇ ਮੈਂ ਸਤਨਾਮ ਭਾਜੀ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਆਪਾਂ ਸੁਸਾਇਟੀ ਬਣਾਈ, ਸ੍ਰੀ ਗੁਰੂ ਨਾਨਕ ਦੇਵ ਜੀ ਸੇਵਾ ਸੁਸਾਇਟੀ। ਇਹਦੇ ਅਧੀਨ ਫਿਰ ਆਪਾਂ ਇਹ ਐਂਬੂਲੈਂਸ ਦੀ ਸੇਵਾ ਸ਼ੁਰੂਆਤ ਕੀਤੀ ਆ, ਜਿਸ ਦੇ ਵਿੱਚ ਇਸ ਨੈਣੋਵਾਲ ਵੈਦ ਤੋਂ ਲੰਬੜਦਾਰ ਸੁਖਵਿੰਦਰ ਸਿੰਘ ਢਿੱਲੋਂ ਅਤੇ NRI ਵੀਰ ਅਤੇ ਰੇਸ਼ਮ ਸਿੰਘ ਜੀ ਢਿੱਲੋਂ ਸਾਹਿਬ ਵੀ ਇਸੇ ਪਿੰਡ ਦੇ NRI ਆ। ਇਹਨਾਂ ਨੇ ਬੜਾ ਤਕੜਾ ਸਹਿਯੋਗ ਦਿੱਤਾ ਅਤੇ ਸਾਰੇ ਭਰਾਵਾਂ ਨੇ ਮਿਲ ਕੇ ਅਤੇ ਹੁਣ ਇਹ ਆਪਾਂ ਸੇਵਾ ਕਰ ਦਿੱਤੀ ਆ, ਅਤੇ ਇਹ ਐਮਰਜੈਂਸੀ ਲਈ ਟੋਟਲ ਫ੍ਰੀ ਸੇਵਾ ਜੀ। ਜੀ, ਬਹੁਤ ਵਧੀਆ। ਇਹ ਤਾਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਦੋਨਾਂ ਪਿੰਡਾਂ ਵੱਲੋਂ ਰਲ ਕੇ, ਅਤੇ ਅਸੀਂ ਆਪਣੇ ਦੇਖ ਰਹੇ ਦਰਸ਼ਕਾਂ ਨੂੰ ਵੀ ਇਹ ਸੁਨੇਹਾ ਦਿਆਂਗੇ ਕਿ ਸੇਵਾ ਕਰਨ ਤੋਂ ਕਦੀ ਪਿੱਛੇ ਨਾ ਹਟੋ, ਜਿੱਥੇ ਵੀ ਮੌਕਾ ਲੱਗੇ ਸੇਵਾ ਭਾਵ ਦੇ ਨਾਲ ਅੱਗੇ ਵੱਧ ਜਾਓ। ਇਸੇ ਸੁਨੇਹੇ ਨਾਲ ਹੁਣ ਆਪਾਂ ਅੱਗੇ ਵੱਧਦੇ ਹਾਂ ਅਤੇ ਦੇਖਦੇ ਹਾਂ ਇਸ ਪਿੰਡ ਦੀ ਹੋਰ ਕੀ ਖਾਸ ਗੱਲਬਾਤ ਹੈ। ਆਓ ਚੱਲੀਏ। ਅਤੇ ਦੋਸਤੋ ਪਿੰਡ ਘੁੰਮਦੇ ਘੁੰਮਦੇ ਹੁਣ ਆ ਗਏ ਹਾਂ ਅਸੀਂ ਇੱਕ ਇੱਥੇ ਬੜੇ ਸੋਹਣੇ ਜਿਹੇ ਘਰ ਦੇ ਵਿੱਚ, ਜਿੱਥੇ ਕਿ ਸਾਨੂੰ ਇੱਕ ਬਜ਼ੁਰਗ ਮਾਤਾ ਜੀ ਮਿਲੇ ਨੇ, ਅਤੇ ਅਸੀਂ ਅੱਜ ਬੇਬੇ ਜੀ ਨਾਲ ਗੱਲ ਕਰਾਂਗੇ ਅਤੇ ਜਾਣਾਂਗੇ ਕਿ ਉਹਨਾਂ ਦਾ ਪਿਛੋਕੜ ਕੀ ਹੈ, ਉਹ ਇੱਥੇ ਕਦੋਂ ਤੋਂ ਆ ਕੇ ਵਸੇ ਨੇ, ਅਤੇ ਹੋਰ ਵੀ ਪਿੰਡ ਬਾਰੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਅਤੇ ਸਭ ਤੋਂ ਪਹਿਲਾਂ ਪੁੱਛਦੇ ਹਾਂ ਅਸੀਂ ਕਿ ਬੇਬੇ ਜੀ ਦਾ ਨਾਮ ਕੀ ਹੈ। ਬੇਬੇ ਜੀ, ਪਹਿਲਾਂ ਤਾਂ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ। ਧੰਨਵਾਦ ਜੀ। ਸਾਡੇ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਸਰਜੀਤ ਕੌਰ। ਠੀਕ ਹੈ ਜੀ, ਅਸੀਂ ਸੁਰਜੀਤ ਕੌਰ ਜੀ ਦੇ ਨਾਲ ਇੱਥੇ ਬੈਠੇ ਹਾਂ ਅਤੇ ਅਸੀਂ ਜਾਣਦੇ ਹਾਂ ਵੀ ਇਹਨਾਂ ਦੀ ਜੰਮਪਲ ਕਿੱਥੋਂ ਦੀ ਹੈ। ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਵੀ ਤੁਹਾਡੀ ਜੰਮਪਲ ਕਿੱਥੋਂ ਦੀ ਹੈ? ਸਾਡੀ ਪਾਕਿਸਤਾਨ ਦੀ ਸਿੰਧ ਵਿੱਚ ਹੈਦਰਾਬਾਦ। ਅੱਛਾ ਜੀ। ਦੋਸਤੋ ਮੈਂ ਤਾਂ ਬੜੀ ਸਰਪ੍ਰਾਈਜ਼ਡ ਹੋ ਗਈ ਕਿ ਬੇਬੇ ਜੀ ਦੀ ਜੰਮਪਲ ਪਾਕਿਸਤਾਨ ਦੀ ਹੈ। ਇਹਨਾਂ ਤੋਂ ਹੁਣ ਜ਼ਿਆਦਾ ਪੁੱਛਦੇ ਆ ਕਿ ਪਾਕਿਸਤਾਨ ਤੋਂ ਇੱਥੇ ਕਦੋਂ ਆਏ ਅਤੇ ਇੱਥੇ ਆ ਕੇ ਇਹ ਕਦੋਂ ਵਸੇ? ਇੱਦਾਂ ਮੈਨੂੰ ਪਤਾ ਨਹੀਂ ਗਾ, ਮੈਂ ਛੋਟੀ ਸੀ। ਅੱਛਾ ਜੀ। ਹਾਂ, ਅਤੇ ਉੱਦਾਂ ਮੈਂ 8 ਸਾਲ ਦੀ ਸੀ ਜਦੋਂ ਪਾਕਿਸਤਾਨ ਬਣੀ ਆ। ਉੱਦਾਂ ਸਾਨੂੰ ਆਪਣੇ ਪਿੰਡ ਦਾ ਪਤਾ ਆ, ਸਾਡਾ ਪਿੰਡ 267 ਸੀ। ਅੱਛਾ ਜੀ। ਦੋਸਤੋ ਬੇਬੇ ਜੀ ਦਾ ਕਹਿਣਾ ਕਿ ਵੀ ਬਹੁਤ ਛੋਟੇ ਸੀਗੇ, ਇਹ 8 ਕੁ ਸਾਲ ਦੇ ਸੀਗੇ ਜਦੋਂ ਪਾਕਿਸਤਾਨ ਬਣਿਆ ਸੀ, ਅਤੇ ਉਦੋਂ ਹੀ ਇਹ ਉੱਥੋਂ ਇੱਧਰ ਪੰਜਾਬ ਦੇ ਵਿੱਚ ਆ ਕੇ ਵਸੇ ਸੀਗੇ। ਆ ਕੇ ਫਿਰ ਤੁਸੀਂ ਜਦੋਂ ਦੇ ਇੱਥੇ ਪੰਜਾਬ ਆਏ ਉਦੋਂ ਦੇ ਐਸੀ ਪਿੰਡ 'ਚ ਵਸਦੇ ਹੋ ਕਿ ਪਹਿਲਾਂ? ਮੇਰੇ ਪੇਕੇ ਉੱਥੇ ਰਹੇ ਨਾ ਮੈਂ ਆਣ ਕੇ। ਅੱਛਾ ਜੀ। ਹਾਂਜੀ, ਪੇਕੇ ਇੱਥੇ ਤਾਂ ਮੇਰੇ ਸਹੁਰੇ ਆ ਨਾ। ਅੱਛਾ ਜੀ। ਤਾਂ ਇਹ ਕਈ ਵਾਰੀ ਨਹੀਂ ਪਤਾ ਲੱਗਦਾ, ਸਾਡੇ ਕੋਲੋਂ ਵੀ ਗਲਤੀ ਹੋ ਜਾਂਦੀ ਹੈ। ਇਹ ਬੇਬੇ ਜੀ ਦੇ ਸਹੁਰੇ ਨੇ, ਪੇਕੇ ਬੇਬੇ ਜੀ ਦੇ ਕਿਤੇ ਹੋਰ ਸੀਗੇ। ਉਸ ਤੋਂ ਬਾਅਦ ਵਿਆਹ ਕਰਾ ਕੇ ਜਦੋਂ ਦੇ ਜਵਾਨੀ ਬਾਰੇ ਤੋਂ ਬੇਬੇ ਜੀ ਇੱਥੇ ਹੀ ਰਹਿ ਰਹੇ ਨੇ। ਅਤੇ ਹੁਣ ਪੁੱਛਦੇ ਹਾਂ ਕਿ ਬੇਬੇ ਜੀ ਤੁਹਾਡੇ ਪਰਿਵਾਰ 'ਚ ਹੋਰ ਕੌਣ ਕੌਣ ਹੈ? ਮੇਰੇ ਪਰਿਵਾਰ 'ਚੋਂ ਇੱਕ ਮੇਰਾ ਭਰਾ ਆ, ਇੱਕ ਭੈਣ ਕਨੇਡਾ ਆ ਘਰਵਾਈ। ਅੱਛਾ ਜੀ। ਆ ਜਿਹੜੀ ਆ ਕੋਠੀ ਆ, ਅਤੇ ਇੱਕ ਮੈਂ, ਬਸ 3 ਰਹਿ ਗਏ ਉਹਨਾਂ 'ਚ।
ਅੱਛਾ ਜੀ। ਤੇ ਚਲੋ ਜੀ, ਇਹ ਤਾਂ ਭੈਣਾਂ ਭਰਾਵਾਂ ਦਾ ਪਿਆਰ ਹੋ ਗਿਆ। ਕੀ ਕਹਿੰਦੇ ਨੇ, ਜਿੱਥੇ ਜਿੱਥੇ ਮਿਲਣਾ ਹੈ ਉੱਥੇ ਵਿਛੋੜਾ ਵੀ ਪੈਣਾ ਹੀ ਹੈ। ਇਹ ਤੇ ਇਸ ਦੁਨੀਆ ਦੀ ਅਸੀਮ ਸੱਚਾਈ ਹੈ, ਇਹ ਤੋਂ ਤੇ ਅਸੀਂ ਭੱਜ ਨਹੀਂ ਸਕਦੇ। ਮਿਲਿਆਂ ਦਾ ਸੁੱਖ, ਮਿਲੇ ਦੀ ਖੁਸ਼ੀ ਤੇ ਵਿਛੋੜੇ ਦਾ ਦੁੱਖ, ਇਹ ਤੇ ਹਮੇਸ਼ਾ ਹੀ ਰਹਿੰਦਾ ਹੈ। ਤੇ ਹੁਣ ਬੇਬੇ ਜੀ ਨੂੰ ਪੁੱਛਦੇ ਆ ਕਿ ਇੱਥੇ ਵਿਆਹ ਤੋਂ ਬਾਅਦ ਇਹਨਾਂ ਦੇ ਪਰਿਵਾਰ 'ਚ, ਇਸ ਘਰ ਦੇ ਵਿੱਚ ਹੋਰ ਕਿਹੜੇ ਕਿਹੜੇ ਜੀਅ ਨੇ ਇਹਨਾਂ ਦੇ? ਇਹ ਸਾਡੇ ਜੀ ਆਪਣੇ ਸੀ, ਇਹ 3 ਭਰਾ ਸੀ, ਇਹਨਾਂ ਸਨਾਮ ਦਾ ਪਾਪਾ, ਅੱਛਾ ਜੀ। ਤੇ 2 ਭੈਣਾਂ ਸੀ। ਅੱਛਾ ਜੀ। ਇੱਕ ਭੈਣ ਆਈ ਆ ਤੇ ਇੱਕ ਮਰ ਗਈ ਆ। ਅੱਛਾ ਜੀ। ਹਾਂ, ਤੇ ਮੇਰੀ ਸੱਸ ਸੀ, ਮੇਰਾ ਸਹੁਰਾ ਸੀ, ਅੱਛਾ ਮੇਰੀ ਦਰਾਣੀ ਸੀ, ਉਹ ਮੇਰੀ ਭੈਣ ਸੀ ਜਿਹੜੀ, ਉਹ ਵੀ ਦਰਾਣੀ ਸੀ, ਮੈਂ ਵੱਡੀ ਸੀ ਉਹਨਾਂ 'ਚ। ਅੱਛਾ ਜੀ। ਹਾਂ। ਤੇ ਬਹੁਤ ਹੀ ਵਧੀਆ। ਤੇ ਹੁਣ ਬੇਬੇ ਜੀ ਇਹ ਦੱਸੋ ਕਿ ਜਦੋਂ ਤੁਸੀਂ ਪਹਿਲਾਂ ਇਸ ਪਿੰਡ 'ਚ ਵਿਆਹ ਕੇ ਜਦੋਂ ਆਏ ਸੀ, ਉਦੋਂ ਨਾਲੋਂ ਤੇ ਹੁਣ ਨਾਲੋਂ ਇਸ ਪਿੰਡ 'ਚ ਕੀ ਕੀ ਫਰਕ ਆਇਆ ਤੁਸੀਂ ਦੇਖਦੇ? ਬਹੁਤ ਫਰਕ ਆਇਆ। ਉਦੋਂ ਕੋਈ ਫਰਕ ਨਹੀਂ ਸੀ, ਐਵੇਂ ਉੱਜੜ ਕੇ ਆਏ ਸੀ, ਵਿਆਹ ਕੀਤੇ ਸੀ, ਮਾੜੇ ਮੋਟੇ ਘਰ ਸੀ ਤੇ ਫਿਰ ਦੇ, ਹੁਣ ਤਾਂ ਵਧੀਆ ਬਣਿਆ ਇਹ ਪਿੰਡ। ਅੱਛਾ ਜੀ। ਹਾਂ। ਤੇ ਸਮੇਂ ਦੇ ਹਿਸਾਬ ਨਾਲ ਇੱਥੇ ਵੀ ਬੜੀ ਤਰੱਕੀ ਹੋਈ ਹੈ। ਪਹਿਲਾਂ ਤਾਂ ਜਿੱਦਾਂ ਬੇਬੇ ਜੀ ਦੱਸਦੇ ਨੇ ਕਿ ਪਿੰਡ ਵੀ ਉਜੜਿਆ ਹੋਇਆ ਸੀਗਾ, ਕਿਉਂਕਿ ਉਦੋਂ ਦੰਗੇ ਚੱਲਦੇ ਸੀਗੇ, ਇੱਧਰਲੇ ਲੋਕੀ ਉਜੜ ਕੇ ਉੱਧਰ ਗਏ, ਉੱਧਰਲੇ ਉਜੜ ਕੇ ਇੱਧਰ ਆਏ, ਤੇ ਕਿ ਬੜਾ ਹੀ ਭਿਆਨਕ ਜਿਹਾ ਮਾਹੌਲ ਸੀਗਾ। ਪਰ ਜਦੋਂ ਹੁਣ ਅਸੀਂ ਦੇਖਦੇ ਹਾਂ ਤੇ ਇੱਥੇ ਇੰਨੀ ਕੁ ਤਰੱਕੀ ਹੋ ਚੁੱਕੀ ਹੈ, ਸੋਹਣੇ ਸੋਹਣੇ ਘਰ ਬਣ ਚੁੱਕੇ ਨੇ, ਹਾਂਜੀ। ਪਰਿਵਾਰ ਖੁਸ਼ੀ ਖੁਸ਼ੀ ਵਸਦੇ ਨੇ, ਲੋਕੀ ਬਾਹਰ ਕੈਨੇਡਾ 'ਚ, ਕੋਈ ਅਮਰੀਕਾ 'ਚ, ਕੋਈ ਕਿਤੇ ਜਾ ਕੇ ਵਸਿਆ ਹੋਇਆ ਹੈ। ਹੁਣ ਤਾਂ ਬਹੁਤ ਸਮਾਂ ਚੇਂਜ ਹੋ ਗਿਆ ਹੈ ਨਾ ਹਾਂ, ਜੀ? ਬਹੁਤ ਸਮਾਂ ਚੇਂਜ ਹੋਇਆ ਹੁਣ ਤੇ ਸਭ, ਕੋਈ ਕੈਨੇਡਾ, ਕੋਈ ਇੰਗਲੈਂਡ, ਕੋਈ ਅਮਰੀਕਾ, ਜੀ। ਬਸ ਇਦਾਂ ਆ। ਕੋਈ ਆਸਟ੍ਰੇਲੀਆ, ਪੋਤਾ ਮੇਰਾ ਆਸਟ੍ਰੇਲੀਆ ਆ ਦੂਜਾ। ਅੱਛਾ ਜੀ। ਹਾਂਜੀ। ਠੀਕ ਹੈ ਬੇਬੇ ਜੀ, ਤੁਸੀਂ ਸਾਡੇ ਪ੍ਰੋਗਰਾਮ ਰਾਹੀਂ ਸਾਡੇ ਦਰਸ਼ਕਾਂ ਨੂੰ ਇੰਨੀ ਵਧੀਆ ਜਾਣਕਾਰੀ ਦਿੱਤੀ। ਅਸੀਂ ਤਾਂ ਜਾਣਦੇ ਹੀ ਨਹੀਂ ਸੀ ਕਿ ਤੁਹਾਡਾ ਪਿਛੋਕੜ ਪਾਕਿਸਤਾਨ ਤੋਂ ਸੀਗਾ, ਤੇ ਬੜਾ ਚੰਗਾ ਲੱਗਿਆ। ਤੇ ਆਮ ਸ਼ੋਰ ਕਿ ਜੇ ਪਾਕਿਸਤਾਨੀ ਸਾਡੇ ਵੀਰ ਵੀ ਇਹ ਪ੍ਰੋਗਰਾਮ ਦੇਖਣਗੇ ਤਾਂ ਉਹ ਵੀ ਉਸ ਸਮੇਂ ਦੀਆਂ ਯਾਦਾਂ ਨੂੰ ਇਸ ਟਾਈਮ ਤਾਜ਼ਾ ਕਰ ਰਹੇ ਹੋਣਗੇ, ਦੁਬਾਰਾ ਜੀ ਰਹੇ ਹੋਣਗੇ, ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਸੀ। ਤੇ ਤੁਸੀਂ ਸਾਡੇ ਦਰਸ਼ਕਾਂ ਨਾਲ ਇੰਨੀ ਗੱਲਬਾਤ ਕੀਤੀ, ਸਾਡੇ ਨਾਲ ਇੰਨੀ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਚਲੋ ਜੀ, ਧੰਨਵਾਦ ਹੀ ਚਾਹੀਦਾ। ਤੇ ਦੋਸਤੋ, ਇੰਨੀ ਪਿਆਰੀ ਜੀ ਗੱਲਬਾਤ ਕਰਕੇ ਮੇਰੀ ਤਾਂ ਰੂਹ ਖੁਸ਼ ਹੋ ਗਈ, ਮੇਰੀ ਤਾਂ ਐਨਰਜੀ ਲੈਵਲਸ ਹਾਈ ਹੋ ਗਏ। ਕਿਉਂਕਿ ਤੁਹਾਨੂੰ ਇੱਕ ਹੋਰ ਚੀਜ਼ ਦੱਸਦੇ ਹਾਂ ਕਿ ਹੁਣੇ ਬੇਬੇ ਜੀ ਨੇ ਸਾਨੂੰ ਲੰਚ ਕਰਵਾਇਆ ਇੱਥੇ। ਬੜਾ ਹੀ ਪਿੰਡ ਦਾ ਸਾਗ, ਮੱਕੀ ਦੀ ਰੋਟੀ, ਲੱਸੀ, ਇਹ ਸਭ ਖਾ ਕੇ ਨਾ ਸਾਨੂੰ ਥੋੜ੍ਹੀ ਜਿਹੀ ਭੁੱਖੀ ਚੱਲ ਰਹੀ ਸੀਗੀ। ਪਰ ਬੇਬੇ ਜੀ ਨਾਲ ਇੰਨੀ ਰਿਫਰੈਸ਼ਿੰਗ ਗੱਲਬਾਤ ਕਰਕੇ ਅਸੀਂ ਤਾਂ ਬਿਲਕੁਲ ਹੀ ਐਨਰਜਾਈਜ਼ਡ ਹੋ ਗਏ ਹਾਂ। ਉਹ ਤੁਹਾਨੂੰ ਸਾਡੇ ਚਿਹਰੇ 'ਤੇ ਉਹ ਚੀਜ਼ ਦਿਖ ਵੀ ਰਹੀ ਹੋਣੀ ਹੈ। ਤੇ ਆਓ ਇੱਦਾਂ ਹੀ ਅਸੀਂ ਇੰਨੀ ਹਾਈ ਐਨਰਜੀ ਲੈ ਕੇ ਪਿੰਡ 'ਚ ਅੱਗੇ ਚੱਲਦੇ ਹਾਂ ਤੇ ਤੁਹਾਨੂੰ ਦਿਖਾਉਂਦੇ ਹਾਂ ਇੱਥੋਂ ਦੀਆਂ ਹੋਰ ਗਲੀਆਂ, ਨੁੱਕਰਾਂ, ਹੋਰ ਸਪੈਸ਼ਲ ਜਗ੍ਹਾਵਾਂ, ਤੇ ਜਾਣਦੇ ਹਾਂ ਕਿ ਇੱਥੋਂ ਦੀ ਹੋਰ ਖਾਸੀਅਤ ਕੀ ਹੈ। ਆਓ ਚੱਲਦੇ ਹਾਂ ਅੱਗੇ। ਤੇ ਦੋਸਤੋ, ਹੁਣ ਤੁਰਦੇ ਤੁਰਦੇ ਅਸੀਂ ਪਹੁੰਚ ਗਏ ਹਾਂ ਪਿੰਡ ਨੈਣੋਵਾਲ ਦੀ ਕੋਆਪਰੇਟਿਵ ਐਗਰੀਕਲਚਰ ਸੁਸਾਇਟੀ। ਤੇ ਆਓ ਇੱਥੋਂ ਦੇ ਸੈਕਟਰੀ ਮਿਸਟਰ ਸੋਮਨਾਥ ਜੀ ਦੇ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਤੇ ਪਿੰਡ ਬਾਰੇ ਹੋਰ ਜ਼ਿਆਦਾ ਜਾਣਕਾਰੀ ਲੈਂਦੇ ਹਾਂ। ਸਰ, ਪ੍ਰੋਗਰਾਮ ਮੇਰਾ ਪਿੰਡ ਮੇਰੀ ਸ਼ਾਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ। ਧੰਨਵਾਦ ਜੀ, ਸ਼ੁਕਰੀਆ। ਸਰ, ਇਹ ਜਿਹੜੀ ਕੋਆਪਰੇਟਿਵ ਐਗਰੀਕਲਚਰ ਸੁਸਾਇਟੀ ਹੈ, ਹਾਂਜੀ, ਤੁਸੀਂ ਜ਼ਰਾ ਦੱਸਿਓ ਕਿ ਪਿੰਡ ਦੇ ਵਿੱਚ ਇਸ ਦਾ ਕੀ ਯੋਗਦਾਨ ਹੈ? ਇਹ ਜਿਹੜੀ ਸੁਸਾਇਟੀ ਹੈ ਜੀ, ਇਹ ਸਾਡੇ ਜ਼ਿਮੀਂਦਾਰ ਭਰਾਵਾਂ ਦੀ ਸਾਡੀ ਆਪਣੀ ਸਾਂਝੀ ਸੁਸਾਇਟੀ ਹੁੰਦੀ ਹੈ ਜੀ ਤੇ ਇਹਦੇ ਜਿਹੜੀ ਰਜਿਸਟ੍ਰੇਸ਼ਨ ਆ ਬਹੁਤ ਪੁਰਾਣੀ ਆ। ਜੀ। ਸਾਨੂੰ 1911 ਦੀ ਰਜਿਸਟਰਡ ਹੋਈ ਹੋਈ। ਅੱਛਾ ਜੀ। ਹਾਂਜੀ, ਤੇ 100 ਸਾਲ ਹੋ ਗਏ ਇਹਨੂੰ, 100 ਸਾਲ ਤੋਂ ਉੱਤੇ ਹੋ ਗਿਆ। 100 ਤੋਂ ਉੱਪਰ ਹੋ ਗਿਆ। ਤੇ ਇਹ ਜ਼ਿਮੀਂਦਾਰਾਂ ਦੀ ਹੈਗੀ ਹੈ ਜੀ। ਇਹਨਾਂ ਦੇ ਜ਼ਿਮੀਂਦਾਰਾਂ ਦੇ ਲਈ ਆਪਾਂ ਖਾਦ ਮੁਹੱਈਆ ਕਰਾਉਂਦੇ ਹਾਂ। ਜੀ ਜੀ ਉਹਨਾਂ ਦੇ ਲਈ ਲੋਨ ਦੀ ਸਮਰੱਥਾ ਹੈਗੀ ਆ, ਜੀ। ਜੋ ਵੀ ਬੀਜ ਹੈਗੇ ਆ, ਜੋ ਵੀ ਹੈਗੇ ਆ। ਮਤਲਬ ਜਿਹੜੀਆਂ ਸਰਕਾਰੀ ਸਕੀਮਾਂ ਆਉਂਦੀਆਂ ਉਹ ਤੁਸੀਂ ਪ੍ਰੋਵਾਈਡ ਕਰਾਉਂਦੇ ਹੋ ਕਿ ਸਰਕਾਰੀ, ਗੈਰ ਸਰਕਾਰੀ? ਇਹ ਗੈਰ ਸਰਕਾਰੀ ਹੁੰਦੇ ਆ, ਸਰਕਾਰੀ ਸਰਕਾਰ ਵੱਲੋਂ ਤਾਂ ਜਿੱਦਾਂ ਲੋਨ ਹੈਗਾ ਆਪਾਂ ਲੈਂਦੇ ਆ, ਕਰਜ਼ਾ ਜ਼ਿਮੀਂਦਾਰਾਂ ਲਈ, ਫਸਲੀ ਕਰਜ਼ਾ ਜਿੱਦਾਂ ਹੁੰਦਾ ਜੀ, ਇਹ ਸੁਸਾਇਟੀਆਂ ਦੇ ਹੁੰਦਾ। ਇਹ ਪਿੰਡ ਦੀ, ਇਹ ਸੁਸਾਇਟੀ ਆਪਣੇ ਪਿੰਡਾਂ ਦੀ ਹੈਗੀ ਹੁੰਦੀ, ਕਮੇਟੀ ਬਣੀ ਜਾਂਦੀ ਆ ਤੇ ਉਹਨਾਂ ਦੀ ਹੁੰਦੀ ਹੈ, ਸੁਸਾਇਟੀ ਹੁੰਦੀ ਹੈਗੀ ਜੀ। ਹਾਂਜੀ ਜੀ ਦੋਸਤੋ, ਇਹ ਗੈਰ ਸਰਕਾਰੀ ਸੁਸਾਇਟੀ ਹੈ ਜਿਹੜੀ ਕਿ ਇੱਥੋਂ ਦੇ ਕਿਸਾਨਾਂ ਦੀ ਬੜੀ ਹੈਲਪ ਕਰਦੀ ਹੈ, ਚਾਹੇ ਉਹਨਾਂ ਨੂੰ ਖਾਦ ਦੀ ਜ਼ਰੂਰਤ ਹੋਵੇ, ਬੀਜ ਦੀ ਜ਼ਰੂਰਤ ਹੋਵੇ ਜਾਂ ਫਿਰ ਲੋਨ ਦੀ ਜ਼ਰੂਰਤ ਹੋਵੇ। ਇਹ ਸਾਰੇ ਰਲ ਮਿਲ ਕੇ ਪਿੰਡ ਦੇ ਜ਼ਿਮੀਂਦਾਰਾਂ ਦੀ ਹੈਲਪ ਕਰਦੇ ਨੇ ਤੇ ਇਹੀ ਸੁਸਾਇਟੀ ਦਾ ਕੰਮ ਹੈ ਸਰ। ਹਾਂਜੀ ਹਾਂਜੀ। ਤੇ ਬਹੁਤ ਹੀ ਯੋਗਦਾਨ ਪਾਉਂਦੇ ਨੇ, ਕਿਉਂਕਿ ਅਸੀਂ ਤੁਰਦੇ ਤੁਰਦੇ ਇੱਥੇ ਦੇਖਿਆ ਕਿ ਇਹ ਕ੍ਰਿਸ਼ੀ ਪ੍ਰਧਾਨ ਪਿੰਡ ਹੈ। ਬਹੁਤ ਹੀ ਵੱਡੇ ਪੱਧਰ 'ਤੇ ਇੱਥੇ ਖੇਤੀਬਾੜੀ ਹੁੰਦੀ ਹੈ। ਸਹੀ ਕਿਹਾ ਮੈਂ ਸਰ?
ਬਿਲਕੁਲ ਸਹੀ ਗਿਆ ਜੀ। ਇਹ ਸੁਸਾਇਟੀ ਨੇ ਆਪਣੇ ਪੱਧਰ ਦੇ ਉੱਤੇ ਇੱਕ ਸਰਵਿਸ ਐਗਰੋ ਸਰਵਿਸ ਸੈਂਟਰ ਬਣਾਇਆ, ਜੀ ਜਿਹਦੇ ਵਿੱਚ ਸਾਰੇ ਜਿਹੜੇ ਖੇਤੀਬਾੜੀ ਦੇ ਸਾਰੇ ਸੰਦ ਆ, ਟਰੈਕਟਰ ਵੀ ਹੈਗਾ, ਜਿਹੜੇ ਜ਼ਿਮੀਂਦਾਰ ਨੂੰ ਜਿੱਦਾਂ ਵੀ ਕੋਈ ਕਹਿੰਦਾ ਉਹਨੂੰ ਕਿਰਾਏ ਤੇ ਪਾਉਣ ਲਈ ਅਸੀਂ ਭੇਜਦੇ ਹੈਗੇ ਆ ਤੇ ਸਸਤੇ ਰੇਟ ਤੇ ਦਿੰਦੇ ਹੈਗੇ ਆ। ਜੀ ਹਾਂਜੀ। ਬਹੁਤ ਹੀ ਵਧੀਆ ਦੋਸਤੋ, ਸਾਨੂੰ ਇੱਥੋਂ ਬਹੁਤ ਹੀ ਵਧੀਆ ਜਾਣਕਾਰੀ ਮਿਲੀ ਕਿ ਕਿਸ ਤਰ੍ਹਾਂ ਇਹ ਕ੍ਰਿਸ਼ੀ ਪ੍ਰਧਾਨ ਪਿੰਡ ਹੈ ਤੇ ਇੱਥੋਂ ਦੀ ਸੁਸਾਇਟੀ ਵੀ ਕਿਸ ਤਰ੍ਹਾਂ ਆਪਣੇ ਕਿਸਾਨ ਭਰਾਵਾਂ ਦੀ ਮਦਦ ਕਰਦੀ ਹੈ ਤਾਂ ਕਿ ਹੋਰ ਵੱਧ ਚੜ੍ਹ ਕੇ ਉਹ ਕਿਸਾਨੀ ਵੱਲ ਆਪਣਾ ਧਿਆਨ ਦੇ ਸਕਣ, ਪੈਦਾਵਾਰ ਵਧਾ ਸਕਣ ਤੇ ਆਪਣਾ ਬਿਜ਼ਨਸ ਅੱਗੇ ਲੈ ਕੇ ਜਾ ਸਕਣ। ਤੇ ਦੋਸਤੋ, ਆਓ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਅੱਗੇ, ਦਿਖਾਉਂਦੇ ਆ ਪਿੰਡ ਨੈਣੋਵਾਲ ਦੀਆਂ ਹੋਰ ਗਲੀਆਂ, ਹੋਰ ਥਾਵਾਂ ਤੇ ਜਾਣਦੇ ਆ ਕਿ ਹੋਰ ਇੱਥੇ ਕੀ ਖਾਸ ਚੀਜ਼ਾਂ ਨੇ। ਆਓ ਚਲੀਏ ਦੋਸਤੋ। ਇੱਥੋਂ ਚੱਲਦੇ ਚੱਲਦੇ ਮੇਰੀ ਨਜ਼ਰ ਪੈ ਗਈ ਇੱਥੇ ਨੈਣੋਵਾਲ ਵੈਲਫੇਅਰ ਸੁਸਾਇਟੀ ਰਜਿਸਟਰ, ਤੇ ਆਪਾਂ ਇੱਥੇ ਰੁਕ ਗਏ। ਮੇਰੇ ਨਾਲ ਜੁੜੇ ਨੇ ਇੱਥੋਂ ਦੇ ਕੈਸ਼ੀਅਰ ਮਿਸਟਰ ਸੰਦੀਪ ਸਿੰਘ ਜੀ। ਆਓ ਤੁਹਾਡੀ ਉਹਨਾਂ ਨਾਲ ਗੱਲਬਾਤ ਕਰਾਉਂਦੇ ਹਾਂ ਤੇ ਜਾਣਦੇ ਹਾਂ ਕਿ ਇਹ ਵੈਲਫੇਅਰ ਸੁਸਾਇਟੀ ਪਿੰਡ ਦੇ ਲੋਕਾਂ ਦੀ ਭਲਾਈ ਦੇ ਵਾਸਤੇ ਕੀ ਕੰਮ ਕਰ ਰਹੀ ਹੈ। ਸੰਦੀਪ ਜੀ, ਪ੍ਰੋਗਰਾਮ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ। ਥੈਂਕ ਯੂ ਮੈਮ। ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸਿਓ ਕਿ ਜਿਹੜੀ ਤੁਹਾਡੀ ਨੈਣੋਵਾਲ ਵੈਲਫੇਅਰ ਸੁਸਾਇਟੀ ਰਜਿਸਟਰ ਹੈ, ਤੁਸੀਂ ਇਸ ਦੇ ਕੈਸ਼ੀਅਰ ਹੋ, ਤੇ ਤੁਸੀਂ ਸਾਨੂੰ ਦੱਸੋ ਕਿ ਇਹ ਸੁਸਾਇਟੀ ਪਿੰਡ ਦੇ ਲੋਕਾਂ ਦੀ ਭਲਾਈ ਵਾਸਤੇ ਇਸ ਟਾਈਮ ਕੀ ਕੰਮ ਕਰ ਰਹੀ ਹੈ। ਜੀ ਮੈਮ, ਇਹ ਨੈਣੋਵਾਲ ਵੈਲਫੇਅਰ ਸੁਸਾਇਟੀ ਜਿਹੜੀ ਹੈ 2018 ਦੇ ਵਿੱਚ ਅਸੀਂ ਓਪਨ ਕੀਤੀ ਸੀਗੀ। ਇਸ ਨੂੰ ਓਪਨ ਕਰਨ ਦਾ ਮੇਨ ਮੋਟਿਵ ਇਹ ਹੀ ਸੀਗਾ ਵੀ ਸਾਡੇ ਪਿੰਡ ਦੇ ਵਿੱਚ ਜਿਨ੍ਹਾਂ ਨੂੰ ਮੈਡੀਕਲ ਸਹੂਲਤ ਨਹੀਂ ਉਹ ਕਰ ਸਕਦੇ, ਉਹਨਾਂ ਦੀ ਅਸੀਂ ਹੈਲਪ ਕਰਦੇ ਸੀਗੇ। ਹੈਲਪ ਕਰਨ ਲਈ ਕੀਤੀ ਹੈਗੀ ਆ, ਜਾਂ ਕੋਈ ਗਰੀਬ ਘਰ ਦੀ ਲੜਕੀ ਦੀ ਮੈਰਿਜ ਹੋਵੇ, ਉਹਦੀ ਅਸੀਂ ਫਾਈਨੈਂਸ਼ੀਅਲ ਅਸੀਂ ਜਿਹੜੀ ਪ੍ਰੋਬਲਮ ਉਹ ਹੱਲ ਕਰੀ ਦੀ ਹੈਗੀ ਆ। ਉਸ ਦੇ ਨਾਲ ਨਾਲ ਹੀ ਕਿਸੇ ਨੂੰ ਬਲੱਡ ਡੋਨੇਟ ਵੀ ਅਸੀਂ ਕਰੀਦਾ ਹੈਗਾ, ਕਿਉਂਕਿ ਸਾਡਾ ਜਿਹੜਾ ਲਿੰਕ ਹੈਗਾ ਉਹ ਭਾਈ ਘਨੱਈਆ ਜੀ ਟਰੱਸਟ ਹੁਸ਼ਿਆਰਪੁਰ ਨਾਲ ਹੈਗਾ ਆ, ਅਤੇ ਜਿਸ ਨੂੰ ਜਿਹੜੀ ਵੀ ਚੀਜ਼ ਦੀ ਪਿੰਡ ਦੇ ਵਿੱਚ ਲੋੜ ਹੁੰਦੀ ਹੈ ਉਹ ਅਸੀਂ ਕਰਦੇ ਹਾਂ। ਅਤੇ ਇਹਦੇ ਵਿੱਚ ਸਾਡਾ ਜਿਹੜਾ ਸਾਥ ਦਿੰਦੇ ਆ ਉਹ ਸਾਡੇ NRI ਵੀਰ, ਉਹਨਾਂ ਨੇ ਸਾਨੂੰ ਇਹ ਓਪਨ ਕਰਨ ਦੀ ਜਿਹੜੀ ਸਲਾਹ ਉਹ ਦਿੱਤੀ ਸੀਗੀ, ਅਤੇ ਉਹ ਸਾਨੂੰ ਫੁੱਲ ਸਪੋਰਟ ਕਰਦੇ ਹੈਗੇ ਆ। ਅਤੇ ਅਸੀਂ ਪਿੰਡ ਦੇ ਵਿੱਚ ਜਿਸ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਹੈਲਪ ਹੁੰਦੀ ਉਹ ਸਾਡੀ ਨੈਣੋਵਾਲ ਵੈਲਫੇਅਰ ਸੁਸਾਇਟੀ ਕਰਦੀ ਹੈਗੀ। ਜੀ, ਬਹੁਤ ਵਧੀਆ। ਤੇ ਦੋਸਤੋ, ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਇਸ ਪਿੰਡ ਦੀ ਇੰਨੀ ਤਰੱਕੀ ਕਰਨ ਦਾ ਰਾਜ਼ ਕੀ ਹੈ। ਉਹ ਤੁਹਾਨੂੰ ਦੱਸਦੇ ਹਾਂ ਕਿ ਇੱਥੋਂ ਦੇ ਲੋਕ ਆਪਸ 'ਚ ਮਿਲ ਜੁਲ ਕੇ ਰਹਿੰਦੇ ਨੇ, ਇੱਕ ਦੂਸਰੇ ਦੀ ਸੇਵਾ ਕਰਨ ਲਈ, ਹੈਲਪ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਨੇ, ਅਤੇ ਇਸ ਵਿੱਚ ਇੱਕ ਵੱਡਾ ਯੋਗਦਾਨ ਇੱਥੋਂ ਦੇ NRI ਵੀਰਾਂ ਦਾ ਹੁੰਦਾ ਹੈ। ਅਤੇ ਇਹੀ ਸੁਨੇਹਾ ਅਸੀਂ ਤੁਹਾਨੂੰ ਦੇਵਾਂਗੇ ਕਿ ਰਲ ਮਿਲ ਕੇ ਰਹੋ, ਇੱਕ ਦੂਸਰੇ ਦੀ ਹੈਲਪ ਕਰਦੇ ਰਹੋ। ਅਤੇ ਆਓ ਅੱਗੇ ਚੱਲ ਕੇ ਦੇਖਦੇ ਹਾਂ ਕਿ ਇਸ ਪਿੰਡ ਦੀ ਹੋਰ ਕੀ ਖਾਸੀਅਤ ਹੈ। ਆਓ ਚੱਲਦੇ ਹਾਂ। ਤੇ ਦੋਸਤੋ, ਹੁਣ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਦੇ ਵਿੱਚੋਂ ਵਿੱਚ। ਇੱਥੋਂ ਗੁਜ਼ਰਦੇ ਹੋਏ ਇਸ ਜਗ੍ਹਾ ਨੇ ਸਾਡਾ ਧਿਆਨ ਆਕਰਸ਼ਿਤ ਕੀਤਾ ਅਤੇ ਸਾਨੂੰ ਇੱਥੇ ਰੁਕਣ 'ਤੇ ਮਜਬੂਰ ਕੀਤਾ। ਆਓ ਤੁਹਾਨੂੰ ਦੱਸਦੇ ਹਾਂ ਕਿਉਂ। ਤੁਸੀਂ ਸਾਡੇ ਪਿੱਛੇ ਕੰਧ 'ਤੇ ਦੇਖ ਸਕਦੇ ਹੋ, ਕੈਨੇਡਾ ਦੇ ਫਲੈਗ ਬਣੇ ਹੋਏ ਨੇ। ਇਹ ਬੜੇ ਅਟਰੈਕਟਿਵ ਲੱਗ ਰਹੇ ਨੇ। ਫਿਰ ਅਸੀਂ ਇੱਥੇ ਰੁਕੇ, ਤੁਹਾਡੀ ਗੱਲਬਾਤ ਕਰਾਉਂਦੇ ਹਾਂ ਇਸ ਘਰ ਦੇ ਮਾਲਿਕ ਜੋ ਖੁਦ NRI ਨੇ, ਸਰਦਾਰ ਕੁਲਵੰਤ ਸਿੰਘ ਢਿੱਲੋਂ ਜੀ ਦੇ ਨਾਲ। ਅਤੇ ਉਹਨਾਂ ਤੋਂ ਪੁੱਛਦੇ ਹਾਂ ਕਿ ਇਹਦੇ ਪਿੱਛੇ ਕੀ ਕੋਈ ਖਾਸ ਵਜ੍ਹਾ ਹੈ, ਜਾਂ ਫਿਰ ਉਹਨਾਂ ਦਾ ਪੈਸ਼ਨ ਹੈ, ਜਾਂ ਫਿਰ ਉਹਨਾਂ ਨੇ ਕੀ ਸੋਚ ਕੇ ਘਰ ਨੂੰ ਇਸ ਤਰੀਕੇ ਦਾ ਡਿਜ਼ਾਈਨ ਕੀਤਾ। ਸਰਦਾਰ ਕੁਲਵੰਤ ਸਿੰਘ ਢਿੱਲੋਂ ਜੀ, ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ। ਸਭ ਤੋਂ ਪਹਿਲਾਂ ਤੁਹਾਡਾ ਇੱਥੇ ਆਉਣ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਮੈਂ ਪਿਛਲੇ 30 ਸਾਲ ਤੋਂ ਕੈਨੇਡਾ 'ਚ ਰਹਿ ਰਿਹਾ ਜੀ। ਅਤੇ ਇਹ ਮੇਰਾ ਪੁਰਾਣਾ ਘਰ ਆ। ਜੀ। ਅਤੇ ਜਦੋਂ ਮੈਂ ਗਿਆ ਸੀਗਾ, ਇਹ ਮੈਂ ਸੋਚਿਆ ਸੀ ਵੀ ਮੈਂ ਇੱਥੇ ਇਹ ਜਗ੍ਹਾ ਦੇ ਵਿੱਚ ਵਧੀਆ ਮਕਾਨ ਪਾਉਣੇ ਹੈ ਨਾ। ਜੀ। ਅਤੇ ਹੁਣ 30 ਸਾਲ ਬਾਅਦ ਇੱਥੇ ਆ ਕੇ ਮੈਂ ਇਹ ਮਕਾਨ ਪਾਏ। ਜੀ। ਇਹ ਜਿੰਨਾ ਵੀ ਪੈਸਾ ਆਇਆ ਕੈਨੇਡਾ ਤੋਂ ਆਇਆ ਸੀਗਾ। ਜੀ। ਜੀ। ਇਸ ਕਰਕੇ ਮੈਂ ਕੈਨੇਡਾ ਦੇ ਫਲੈਗ ਨੂੰ ਹੀ ਪ੍ਰਾਇਓਰਟੀ ਦਿੱਤੀ। ਜੀ। ਤਾਂ ਕਰਕੇ ਵੀ ਇਹਦਾ ਅਸੀਂ ਫਲੈਗ ਨੂੰ, ਮੇਰੇ ਕੋਲ ਝੰਡਾ ਸੀਗਾ, ਮੈਂ ਉਹਨਾਂ ਨੂੰ ਕਿਹਾ ਇੱਦਾਂ ਦਾ ਡਿਜ਼ਾਇਨ ਕਰਨਾ, ਅਤੇ ਉਹਨਾਂ ਨੇ ਹਾਂਜੀ ਵੀ ਇਹ ਡਿਜ਼ਾਇਨ ਕੀਤਾ। ਸਾਡਾ ਜੀ। ਪਿਛਲਾ ਪਿੰਡ ਮਾਲੂਵਾਲ ਆ। ਅੱਛਾ ਜੀ। ਸਾਡੇ ਬਾਬੇ ਪਾਕਿਸਤਾਨ ਤੋਂ ਆਏ ਸੀਗੇ ਜੀ। 47 ਤੋਂ ਬਾਅਦ। ਫਿਰ ਅਸੀਂ ਇੱਥੇ ਜਿੱਦਾਂ ਸੈਟਲ ਹੋ ਗਏ, ਸਾਡੀ ਜ਼ਮੀਨ ਇੱਧਰ ਪਈ। ਜੀ। ਤਾਂ ਮੈਂ ਬਰੈਂਪਟਨ ਕੈਨੇਡਾ 'ਚ ਰਹਿੰਦਾ। ਜੀ। ਤਾਂ ਮੁੜ ਕੇ ਆ ਕੇ ਫਿਰ ਮੇਰਾ ਹੁਣ ਮਗਰਲੀ ਜ਼ਿੰਦਗੀ 'ਚ ਇਹ ਪਲਾਨ ਆ ਵੀ ਇਸੇ ਪਿੰਡ 'ਚ ਰਹਿਣਾ। ਜੀ। ਤਾਂ ਕਰਕੇ ਮੈਂ ਇਹ ਮਕਾਨ ਬਣਾਏ ਆ ਵੀ ਜਦੋਂ ਮੈਂ ਕੈਨੇਡਾ 'ਚ ਰਿਟਾਇਰਮੈਂਟ ਲੈਣੀ ਆ ਅਤੇ ਮੁੜ ਕੇ ਆ ਕੇ ਇੱਥੇ ਹੀ ਰਹਿਣਾ। ਠੀਕ ਹੈ ਜੀ। ਅਤੇ ਥੈਂਕ ਯੂ ਤੁਹਾਡਾ ਆਉਣ ਦਾ। ਜੀ।
ਹੋਰ ਨਹੀਂ, ਹੋਰ ਵੀ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗੇ, ਇੰਨੀ ਜਲਦੀ ਨਹੀਂ ਤੁਹਾਨੂੰ ਛੱਡਦੇ ਅਸੀਂ, ਕਿਉਂਕਿ ਇਹ ਜਿਹੜਾ ਪ੍ਰੋਗਰਾਮ ਆ ਸਾਡੇ NRI ਵੀਰ ਵੀ ਬਹੁਤ ਪਸੰਦ ਕਰਦੇ ਨੇ, ਤੇ ਤੁਹਾਡੇ ਕੋਲੋਂ ਅਸੀਂ ਅੱਗੇ ਵੀ ਪੁੱਛਾਂਗੇ ਕਿ ਤੁਹਾਡਾ ਬਾਹਰਲਾ ਐਕਸਪੀਰੀਅੰਸ ਵੀ ਪੁੱਛਾਂਗੇ, ਉਹਨਾਂ ਨਾਲ ਹੋਰ ਗੱਲਬਾਤ ਕਰਾਵਾਂਗੇ। ਪਰ ਉਸ ਤੋਂ ਪਹਿਲਾਂ ਮੈਂ ਆਪਣੇ ਦੋਸਤਾਂ ਨੂੰ ਇਹ ਕਹਿਣਾ ਚਾਹੂੰਗੀ ਕਿ ਅਸੀਂ ਇਹਨਾਂ ਦਾ ਪੁਰਾਣਾ ਘਰ ਵੀ ਤੁਹਾਨੂੰ ਬਾਹਰੋਂ ਦਿਖਾਵਾਂਗੇ, ਕਿ ਪਹਿਲਾਂ ਪੁਰਾਣੇ ਘਰ 'ਚ ਜਿਹ 'ਚ ਰਹਿੰਦੇ ਸੀ, ਇਹਨਾਂ ਨੇ ਸਾਨੂੰ ਹੁਣੇ ਇਸ਼ਾਰਾ ਕਰਕੇ ਦੱਸਿਆ, ਉਹ ਵੀ ਦਿਖਾਵਾਂਗੇ। ਅਤੇ ਫਿਰ ਇਹ ਜਦੋਂ ਕੈਨੇਡਾ ਗਏ, ਇਹਨਾਂ ਦਾ ਸੁਪਨਾ ਪੂਰਾ ਹੋਇਆ, ਇਹਨਾਂ ਨੇ ਆਪਣੇ ਵਾਸਤੇ ਘਰ ਬਣਾਇਆ, ਆਪਣੀ ਫੈਮਿਲੀ ਵਾਸਤੇ ਆਪਣਾ ਡਰੀਮ ਹਾਊਸ ਬਣਾਇਆ। ਇਹੀ ਇਹਨਾਂ ਦੀ ਮੋਟੀਵੇਸ਼ਨ ਸੀ ਇਸ ਘਰ ਦੇ ਡਿਜ਼ਾਈਨ ਦੇ ਪਿੱਛੇ। ਅਤੇ ਆਓ ਇਹਨਾਂ ਨਾਲ ਅੱਗੇ ਗੱਲਬਾਤ ਕਰਦੇ ਹਾਂ ਅਤੇ ਪੁੱਛਦੇ ਹਾਂ ਕਿ NRI ਹੋਣ ਦੇ ਨਾਤੇ ਜਦੋਂ ਇਹ ਬਾਹਰ ਹੁੰਦੇ ਨੇ, ਉਦੋਂ ਇਹ ਆਪਣੇ ਪਿੰਡ ਵਾਸਤੇ ਕੀ ਮਹਿਸੂਸ ਕਰਦੇ ਨੇ। ਬੰਦਾ ਜਿੱਥੇ ਮਰਜ਼ੀ ਰਹਿੰਦਾ ਹੈ ਨਾ, ਜਿੱਥੇ ਉਹ ਜੰਮਿਆ ਪਲਿਆ ਹੁੰਦਾ, ਉਹਦਾ ਦਿਲ ਅਤੇ ਦਿਮਾਗ ਹਰ ਰੋਜ਼ ਉਸ ਪਿੰਡ ਆਉਂਦਾ। ਜੀ। ਅਤੇ ਸਾਡੇ ਪਿੰਡ 'ਚ ਤਕਰੀਬਨ ਜਿੰਨੇ ਵੀ ਆ ਘਰ ਆ ਸਾਰੇ ਬਾਹਰ ਹੀ ਆ, ਸਾਰਾ ਪਿੰਡ ਹੀ ਤਕਰੀਬਨ 60% ਸਾਡੇ ਬੰਦੇ ਬਾਹਰ ਆ, ਜੀ। 40% ਸਾਡੇ ਪਿੰਡ ਦੇ ਵਾਸੀ ਇੱਥੇ ਰਹਿੰਦੇ ਆ, ਹੈ ਨਾ। ਜੀ। ਅਤੇ ਤਕਰੀਬਨ ਜਿੰਨੀਆਂ ਵੀ ਕੋਠੀਆਂ ਆ ਸਾਰੇ ਬੰਦੇ ਬਾਹਰ ਜਿੰਦੇ ਲੱਗੇ ਆ। ਜੀ। ਅਤੇ ਇੱਥੇ ਜਿੱਦਾਂ ਵਧੀਆ ਸਾਰਾ ਪਿੰਡ ਨੇ ਉੱਦਾਂ ਬਹੁਤ ਤਰੱਕੀ ਕੀਤੀ। ਜੀ। ਅਸੀਂ ਪੂਰਾ ਯੋਗਦਾਨ ਪਾਈਦਾ ਆ ਪਿੰਡ ਦੇ, ਜੋ ਵੀ ਪਿੰਡ ਨੂੰ ਸੰਬੰਧਿਤ ਚੀਜ਼ ਦੀ ਲੋੜ ਹੁੰਦੀ ਆ, ਸਾਡੇ ਪਿੰਡ ਦੇ ਸਾਰੇ ਬੰਦੇ ਬਹੁਤ ਵਧੀਆ ਆ। ਜੀ। ਅਤੇ ਉਹ ਜਿੱਦਾਂ ਸਾਰੇ ਜਣੇ ਇਕੱਠੇ ਹੋ ਕੇ ਪੈਸੇ ਪਾ ਕੇ ਜੋ ਵੀ ਅਸੀਂ ਕੋਈ ਚੀਜ਼ ਪ੍ਰੋਜੈਕਟ ਛਾਉਂਦੇ ਆ, ਅਸੀਂ ਉਹਨੂੰ ਪੂਰਾ ਕਰੀਦਾ ਆ ਜਿੱਦਾਂ। ਜੀ। ਅਤੇ ਦੋਸਤੋ, ਇਹਨਾਂ ਨਾਲ ਜਿਹੜਾ ਇਹਨਾਂ ਦਾ ਬਾਹਰ ਦਾ ਐਕਸਪੀਰੀਅੰਸ ਹੁੰਦੇ ਹੋਏ ਥੋੜ੍ਹਾ ਗੱਲ ਇਮੋਸ਼ਨਲ ਹੋ ਗਈ ਸੀ, ਕਿਉਂਕਿ ਹੁੰਦਾ ਹੀ ਹੈ ਜਦੋਂ ਅਸੀਂ ਆਪਣੇ ਘਰ ਤੋਂ ਦੂਰ ਹੁੰਦੇ ਹਾਂ ਅਤੇ ਸਾਨੂੰ ਆਪਣੇ ਘਰ ਦੀ ਯਾਦ ਹਮੇਸ਼ਾ ਹੀ ਆਉਂਦੀ ਹੈ। ਅਤੇ ਇਹੀ ਹਾਲ ਸਾਡੇ ਹਰ ਇੱਕ NRI ਭਰਾ ਦਾ ਹੁੰਦਾ ਹੋਵੇਗਾ, ਆਈ ਐਮ ਵੈਰੀ ਸ਼ੋਰ। ਇਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਆਓ ਹੁਣ ਅਸੀਂ ਅੱਗੇ ਚੱਲਦੇ ਹਾਂ ਅਤੇ ਤੁਹਾਨੂੰ ਪਿੰਡ ਦੀਆਂ ਹੋਰ ਗਲੀਆਂ ਦਿਖਾਉਂਦੇ ਹਾਂ, ਕੁਝ ਖਾਸੀਅਤ ਇੱਥੇ ਦੀ ਦਿਖਾਉਂਦੇ ਹਾਂ ਅਤੇ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਾਉਂਦੇ ਹਾਂ। ਸਾਡੇ ਨਾਲ ਬਣੇ ਰਹੋ, ਆਓ ਚੱਲੀਏ ਅੱਗੇ। ਅਤੇ ਦੋਸਤੋ, ਇੱਥੇ ਸਾਨੂੰ ਫਿਰ ਪਿੰਡ ਦੇ ਨੰਬਰਦਾਰ ਸਤਨਾਮ ਸਿੰਘ ਜੀ ਫਿਰ ਤੋਂ ਮਿਲ ਗਏ ਨੇ। ਆਓ ਇਹਨਾਂ ਕੋਲੋਂ ਹੀ ਗੱਲਬਾਤ ਕਰਕੇ ਪੁੱਛਦੇ ਹਾਂ ਕਿ ਇਹ ਜਿਹੜਾ ਪੂਰਾ ਇੰਗਲੈਂਡ ਬਣਿਆ ਪਿਆ ਹੈ, ਇਹ ਘਰ ਕਿਸ ਦਾ ਹੈ ਅਤੇ ਇਸ ਦੀ ਕੀ ਖਾਸੀਅਤ ਹੈ। ਤੁਹਾਡਾ ਪ੍ਰੋਗਰਾਮ 'ਚ ਫਿਰ ਸਵਾਗਤ ਹੈ। ਥੈਂਕ ਯੂ। ਅਤੇ ਸਰ, ਇਹ ਇੱਕ ਬੜਾ ਹੀ ਖੂਬਸੂਰਤ ਜਿਹਾ ਘਰ ਸਾਨੂੰ ਦਿਸਿਆ ਹੈ, ਜੋ ਕਿ ਦੇਖਣ ਨੂੰ ਹੀ ਆਪਣਾ ਇੰਗਲੈਂਡ ਹੀ ਲੱਗਦਾ, ਮਿਨੀ ਇੰਗਲੈਂਡ ਕਹਿ ਲਓ। ਅਤੇ ਤੁਸੀਂ ਇਸ ਘਰ ਬਾਰੇ ਸਾਨੂੰ, ਸਾਡੇ ਦਰਸ਼ਕਾਂ ਨੂੰ ਥੋੜ੍ਹਾ ਦੱਸੋਗੇ। ਇਹ ਘਰ ਜੀ ਸਾਡੇ ਬਹੁਤ ਹੀ ਰਿਸਪੈਕਟਡ ਆਦਮੀ ਹੋਏ ਆ, ਮਹਾਦਾਨੀ ਦਾ ਖਿਤਾਬ ਉਹਨਾਂ ਨੂੰ ਇਲਾਕੇ ਨੇ ਦਿੱਤਾ, ਜੀ। ਸਰਦਾਰ ਜਗੀਰ ਸਿੰਘ ਢਿੱਲੋਂ। ਜੀ। ਅਤੇ ਉਹਨਾਂ ਦੇ ਲੜਕੇ ਰੇਸ਼ਮ ਸਿੰਘ ਢਿੱਲੋਂ, ਉਹ ਵੀ ਪਿੰਡ ਦੀ ਬਹੁਤ ਸੇਵਾ ਕਰਦਾ। ਜੀ। ਉਹ ਵੀ ਸਾਰਾ ਪਰਿਵਾਰ ਇੰਗਲੈਂਡ 'ਚ ਆ, ਜੀ। ਸਾਰਾ ਟੱਬਰ ਉੱਥੇ ਸੱਟਿਆ। ਅਤੇ ਇਹਨਾਂ ਦੀ ਵਿਲੱਖਣਤਾ ਮੈਂ ਇਹ ਦੱਸਣੀ ਚਾਹੁੰਦਾ ਕਿ ਸਾਡੇ ਇੱਥੇ ਹਲਕੇ ਦੇ ਵਿੱਚ ਇੱਕ ਲੜਕੀਆਂ ਦਾ ਕਾਲਜ ਬਣਿਆ, ਜੀ। ਡਿਗਰੀ ਕਾਲਜ ਅਤੇ BSc ਨਰਸਿੰਗ। ਜੀ। ਅਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਵੱਡਾ ਯੋਗਦਾਨ ਆ, ਜੀ। ਸਰਦਾਰ ਜਗੀਰ ਸਿੰਘ ਨੇ ਪਾਇਆ। ਜੀ। ਜਦੋਂ ਲੋਕ 100 200 ਗਰਾਹੀ ਦਿੰਦੇ ਸੀ, ਜੀ। ਤਾਂ ਉਹਨੂੰ 5000 ਰੁਪਇਆ ਪਹਿਲਾਂ ਆਪਣੇ ਜੇਬ 'ਚੋਂ ਦਿੱਤਾ। ਕੀ ਬਾਤ ਹੈ। ਉਸ ਤੋਂ ਬਾਅਦ ਉਹਨੂੰ ਕੋਈ ਘੱਟੋ ਘੱਟ 15-16 ਲੱਖ ਰੁਪਈਆ ਦਿੱਤਾ, ਜੀ। ਔਰ ਬੱਸਾਂ ਚਲਾਈਆਂ ਜਿਹੜੀਆਂ ਵੱਖ-ਵੱਖ ਪਿੰਡਾਂ ਤੋਂ ਕੁੜੀਆਂ ਨੂੰ ਕਾਲਜ ਤੱਕ ਪਹੁੰਚਾਉਂਦੀਆਂ ਸੀਗੀਆਂ। ਜੀ। ਇਹ ਪਰਿਵਾਰ ਜਿੱਥੇ ਮਿਹਨਤ ਕੱਚ ਸੀ, ਉੱਥੇ ਲੋਕਾਂ ਦਾ ਹਮਦਰਦੀ ਬਹੁਤ ਸੀ। ਜੀ। ਸਾਡੇ ਪਿੰਡ 'ਚ ਕਿਸੇ ਵੀ ਗਰੀਬ ਨੂੰ ਕੋਈ ਵੀ ਲੋੜ ਪੈਣੀ, ਚਾਹੇ ਕਿਸੇ ਗਰੀਬ ਦੀ ਕੁੜੀ ਦਾ ਵਿਆਹ, ਜੀ। ਚਾਹੇ ਕਿਸੇ ਗਰੀਬ ਨੇ ਅੱਖਾਂ ਬਣਾਉਣੀਆਂ, ਚਾਹੇ ਕਿਸੇ ਵੀ ਤਰ੍ਹਾਂ ਦੀ ਲੋੜ ਸੀ, ਇਹ ਪਰਿਵਾਰ ਪਹਿਲਾਂ ਵੀ ਪੂਰੀ ਕਰਦਾ ਆ ਅਤੇ ਹੁਣ ਵੀ ਜਦੋਂ ਸਮੇਂ-ਸਮੇਂ 'ਤੇ ਆਉਂਦੇ ਆ, ਹੁਣ ਵੀ ਉਹ ਪੂਰੀ ਕਰਦੇ ਆ। ਜੀ। ਇਹਨਾਂ ਨੇ ਆਪਣੇ ਖਰਚੇ 'ਤੇ ਮਿਡਲ ਸਕੂਲ ਦੀ ਬਿਲਡਿੰਗ ਬਣਾਈ ਜੀ। ਅਤੇ ਗੁਰਦੁਆਰਾ ਸਾਹਿਬ 'ਚ ਲੰਗਰ ਹਾਲ ਦਾ ਬਣਾਇਆ, ਉਹ ਵੀ ਸਾਰਾ ਯੋਗਦਾਨ ਸਭ ਤੋਂ ਵੱਧ ਰੇਸ਼ਮ ਸਿੰਘ ਢਿੱਲੋਂ ਦਾ। ਜੀ। ਸਮੇਂ-ਸਮੇਂ 'ਤੇ ਆਣ ਕੇ ਇਹ ਪਰਿਵਾਰ ਪਿੰਡ ਨਾਲ ਜੁੜਿਆ ਆ। ਹੁਣ ਉਹਦੀ ਸੋਚ ਸੀ, ਸਾਨੂੰ ਉਹਨੇ ਮੋਟੀਵੇਟ ਕੀਤਾ ਵੀ ਜਿਹੜੇ ਸੇਵੇ ਇੱਕ ਤਾਂ ਕਰੋ, ਜੀ। ਤਾਂ ਮੈਂ 1.25 ਲੱਖ ਰੁਪਈਆ ਦਊਂਗਾ। ਜੀ। ਸਭ ਤੋਂ ਪਹਿਲਾਂ 1.25 ਲੱਖ ਰੁਪਈਆ ਉਹਨਾਂ ਨੇ ਦਿੱਤਾ ਅਤੇ ਅਸੀਂ ਆਪਣੀ ਸ਼ੈੱਡ ਸ਼ੁਰੂ ਕਰ ਦਿੱਤੀ ਆ, ਜੀ। ਆਪਣੇ ਸਰਪੰਚ ਦੀ ਰਹਿਨੁਮਾਈ ਹੇਠ। ਜੀ। ਅਤੇ ਬਾਕੀ ਸਾਡਾ ਪਿੰਡ ਜ਼ਿਆਦਾ NRI ਆ। ਉਹ ਤੋਂ ਪਹਿਲਾਂ ਜੇ ਬੈਕ ਚੱਲਣਾ ਤਾਂ ਮੈਂ ਦੱਸਣਾ ਚਾਹਾਂਗਾ ਵੀ ਇਹ ਸਾਡਾ ਪਿੰਡ ਬੇਸਿਕਲੀ ਮਾਲੂਵਾਲ ਤੋਂ ਗਏ ਪਾਕਿਸਤਾਨ 'ਚ, ਜੀ। ਇੱਥੇ 2-12 'ਚ ਰਹੇ ਉਹ। ਜੀ। ਅੱਧਾ ਕੁ ਪਿੰਡ ਸਿੰਧ 'ਚੋਂ ਆਇਆ, ਅੱਧਾ ਪਿੰਡ ਲੈਲਪੁਰ ਤੋਂ ਆਇਆ। ਜੀ। ਜੀ। 2-12 ਦੇ ਵਿੱਚੋਂ ਇੱਥੇ ਸਾਡੇ ਲੋਕ ਆਏ ਆ ਅਤੇ ਪੁਰਾਣਾ ਪਿੰਡ ਮਾਲੂਵਾਲ ਆ। ਜੀ। ਇੱਥੇ ਇੱਕ ਹੋਰ ਵਿਲੱਖਣ ਗੱਲ ਕਿ ਪਨਾਮ ਵਾਲਾ ਜਰਨੈਲ ਜੋ ਫੁੱਟਬਾਲ ਦਾ
ਏਸ਼ੀਆ ਦਾ ਪਲੇਅਰ ਤਕੜਾ ਹੋਇਆ ਉਹ 9ਵੀਂ ਕਲਾਸ 'ਚ ਪਾਕਿਸਤਾਨ ਬਣਨ ਤੋਂ ਬਾਅਦ ਸਾਡੇ ਇੱਥੇ ਪਿੰਡ ਆਣ ਕੇ 9ਵੀਂ ਕਲਾਸ ਕੀਤੀ ਤੇ ਇਸੇ ਪਿੰਡ ਤੋਂ ਉਹਨੇ ਫੁੱਟਬਾਲ ਸ਼ੁਰੂ ਕੀਤਾ। ਜੀ ਇਸ ਤੋਂ ਬਾਅਦ ਉਹ ਪਨਾਮ ਚਲੇ ਗਏ, ਉਹਨਾਂ ਦੀ ਜ਼ਮੀਨ ਉੱਧਰ ਪੈ ਗਈ। ਸਿਰਫ ਫੁੱਟਬਾਲ ਖੇਡਣ ਦੇ ਚੱਕਰ 'ਚ ਹੀ ਮਾਲਪੁਰ ਫੁੱਟਬਾਲ ਦੀ ਨਰਸਰੀ ਆ, ਉਸੇ ਚੱਕਰ 'ਚ ਹੀ ਉੱਥੇ ਚਲੇ ਗਏ ਸੀ। ਜੀ ਜੀ ਇਸ ਤੋਂ ਇਲਾਵਾ ਹੋਰ ਵੀ ਸਾਡੇ ਪਿੰਡ 'ਚ ਬਾਬਾ ਬਘੇਲ ਸਿੰਘ ਦਾ ਇੱਕ ਛੋਟਾ ਕੱਚਾ ਕਿਲ੍ਹਾ ਹੁੰਦਾ ਸੀ। ਜਦੋਂ ਦਿੱਲੀ ਕੂਚ ਕੀਤਾ ਇੱਕ ਪੜਾਅ ਸਾਡੇ ਪਿੰਡ 'ਚ ਸੀ। ਇਹ ਗੂਗਲ ਤੇ ਹਿਸਟਰੀ ਉਹਦੀ ਕੱਢੋ ਤੇ ਲੈਣਵਾਲ ਪਿੰਡ ਉਹਦੇ ਵਿੱਚ ਤੁਹਾਨੂੰ ਪੜ੍ਹਨ ਨੂੰ ਮਿਲੂਗਾ। ਜੀ ਸਰ, ਤੁਸੀਂ ਤੇ ਸਾਡੇ ਦਰਸ਼ਕਾਂ ਨੂੰ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ। ਅਸੀਂ ਤਾਂ ਸਿਰਫ ਘਰ ਦੇ ਬਾਰੇ ਪੁੱਛਣਾ ਸੀ, ਪਰ ਇਹ ਪੁੱਛਦੇ ਘਰ ਦੇ ਬਾਰੇ ਜਾਣਦੇ ਸਾਨੂੰ ਤਾਂ ਇੱਥੋਂ ਦੇ ਵਸਨੀਕਾਂ ਦੀ ਬੜੀ ਹੀ ਵਿਲੱਖਣਤਾ ਦੇ ਬਾਰੇ ਪਤਾ ਚੱਲਿਆ। ਤੇ ਸਰ, ਤੁਸੀਂ ਸਾਡੇ ਦਰਸ਼ਕਾਂ ਨੂੰ ਇੰਨੀ ਵਧੀਆ ਜਾਣਕਾਰੀ ਦਿੱਤੀ ਉਹਨਾਂ ਬਾਰੇ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਤੇ ਦੋਸਤੋ, ਆਓ ਹੁਣ ਅੱਗੇ ਚੱਲਦੇ ਹਾਂ ਤੇ ਦੇਖਦੇ ਹਾਂ ਪਿੰਡ ਦੀਆਂ ਕੁਝ ਹੋਰ ਨੁਹਾਰਾਂ, ਕੁਝ ਹੋਰ ਗਲੀਆਂ, ਤੇ ਗੱਲ ਕਰਦੇ ਹਾਂ ਕੁਝ ਹੋਰ ਲੋਕਾਂ ਦੇ ਨਾਲ ਜੋ ਵੀ ਸਾਨੂੰ ਰਸਤੇ 'ਚ ਚੱਲਦੇ ਹੋਏ ਮਿਲ ਗਏ। ਅਸੀਂ ਇੱਦਾਂ ਹੀ ਫੜ ਕੇ ਉਹਨਾਂ ਦੇ ਕੋਲੋਂ ਫੇਰ ਕੋਈ ਨਾ ਕੋਈ ਨਵੀਂ, ਕੋਈ ਨਾ ਕੋਈ ਖਾਸ ਗੱਲਬਾਤ ਤੁਹਾਡੇ ਸਾਹਮਣੇ ਰੱਖ ਦੇਣੀ ਹੈ। ਆਓ ਚੱਲਦੇ ਹਾਂ ਅੱਗੇ। ਦੋਸਤੋ, ਹੁਣ ਅਸੀਂ ਪਹੁੰਚ ਚੁੱਕੇ ਹਾਂ ਇੱਕ ਬਹੁਤ ਹੀ ਖੂਬਸੂਰਤ ਜਗ੍ਹਾ, ਜਿਸ ਤਰ੍ਹਾਂ ਕਿ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ। ਇਹ ਹੈ ਦਰਗਾਹ ਪੀਰ ਬਾਬਾ ਕੱਲੂ ਸ਼ਾਹ ਜੀ ਦੀ, ਪਿੰਡ ਨੈਣੋਵਾਲ ਵਿਖੇ। ਤੇ ਇਹ ਦਰਗਾਹ ਪਾਕਿਸਤਾਨ ਦੇ ਬਣਨ ਤੋਂ ਵੀ ਪਹਿਲਾਂ ਦੀ ਹੈ। ਤੇ ਆਓ ਇੱਥੋਂ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਸਤਨਾਮ ਸਿੰਘ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਉਹ ਇੱਥੋਂ ਦਾ ਰੱਖ ਰਖਾਵ ਕਿਸ ਤਰ੍ਹਾਂ ਨਾਲ ਕਰਦੇ ਨੇ। ਸਰ, ਪ੍ਰੋਗਰਾਮ 'ਚ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਸਰ, ਇਹ ਦਰਗਾਹ ਤਾਂ ਬਹੁਤ ਹੀ ਪੁਰਾਣੀ ਹੈ, ਇਹਦੀ ਇਤਿਹਾਸਿਕ ਮਹੱਤਤਾ ਹੈ। ਤੁਸੀਂ ਸਾਡੇ ਦਰਸ਼ਕਾਂ ਨੂੰ ਹੁਣ ਇਹ ਦੱਸਿਓ ਕਿ ਇਹ ਕਿੰਨੀ ਕੁ ਪੁਰਾਣੀ ਹੈ, ਇਹਦੀ ਰੱਖ ਰਖਾਵ ਤੁਸੀਂ ਕਿਸ ਤਰ੍ਹਾਂ ਕਰਦੇ ਹੋ ਤੇ ਕੀ ਇੱਥੇ ਮੇਲੇ ਲੱਗਦੇ ਨੇ। ਤਾਂ ਤੁਸੀਂ ਸਾਰਾ ਕੁਝ ਜੋ ਵੀ ਇਸ ਦਰਗਾਹ ਦੇ ਬਾਰੇ ਖਾਸ ਹੈ, ਸਪੈਸ਼ਲ ਹੈ, ਉਹ ਸਾਡੇ ਦਰਸ਼ਕਾਂ ਨੂੰ ਦੱਸੋ ਜੀ। ਇਹ ਜਗ੍ਹਾ ਜੀ ਪੀਰ ਬਾਬਾ ਕੱਲੂ ਸ਼ਾਹ ਜੀ ਦੇ ਨਾਂ 'ਤੇ ਵੱਜਦੀ ਆ। ਜੀ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਇਹ ਜਗ੍ਹਾ ਸੀ। ਜੀ ਜਦੋਂ ਪਾਕਿਸਤਾਨ ਬਣਿਆ ਤੇ ਅੱਧ ਅਧੂਰੀ ਜਗ੍ਹਾ ਵਿੱਚ ਇਹ ਬਣੀ ਨਹੀਂ ਸੀ ਤੇ ਸਾਰੀ ਕੱਚੀ ਸੀ। ਜੀ ਤੇ ਇੱਥੇ ਮੇਲੇ ਲੱਗਦੇ ਸੀ। ਪਾਕਿਸਤਾਨ ਬਣਨ ਤੋਂ ਪਹਿਲਾਂ 10-10 15-15 ਦਿਨ ਦਾ ਮੇਲਾ ਚੱਲਦਾ ਸੀ। ਜੀ ਜੀ ਇੱਧਰ ਜੋ ਸਾਹਮਣੇ ਕੰਧਾਂ ਇਹਨਾਂ ਦੇ ਨਾਲ ਖੁਰਲੀਆਂ ਸੀ, ਜੀ ਮਕਾਨ ਪਏ ਸੀਗੇ, ਜੀ ਜੀ ਘੋੜਿਆਂ ਤੇ ਲੋਕ ਆਉਂਦੇ ਸੀ ਉਧਰੋਂ ਅੱਛਾ ਜੀ ਤੇ ਮੇਲਾ ਚੱਲਦਾ ਸੀ। ਕੁਆਲੀਆਂ ਬਹੁਤ ਹੁੰਦੀਆਂ ਸੀਗੀਆਂ। ਜੀ ਮੁੜ ਕੇ ਜਦੋਂ ਪਾਕਿਸਤਾਨ ਬਣਿਆ ਤੇ ਖੰਡਰ ਬਣ ਗਈ ਜਗ੍ਹਾ। ਜੀ ਤੇ ਫਿਰ ਸਾਡੇ NRI ਵੀਰ ਜਿਨ੍ਹਾਂ ਦਾ ਮੈਂ ਨਾਂ ਪਹਿਲਾਂ ਜ਼ਿਕਰ ਕੀਤਾ, ਰੇਸ਼ਮ ਢਿੱਲੋਂ, ਜੀ ਉਹਨਾਂ ਨੇ ਕਿਹਾ ਵੀ ਆਪਣੇ ਪਿੰਡ ਦੀ ਇਤਿਹਾਸਕ ਜਗ੍ਹਾ ਜੀ ਇਹਨੂੰ ਸਾਂਭੋ। ਫਿਰ ਅਸੀਂ ਇੱਕ ਕਮੇਟੀ ਬਣਾ ਕੇ ਜੀ ਇੱਥੇ ਸੰਨ 1993-94 'ਚ ਪਹਿਲਾ ਮੇਲਾ ਕਰਾਇਆ। ਜੀ ਲਗਭਗ 29 ਮੇਲੇ ਅਸੀਂ ਕਰਾ ਚੁੱਕੇ ਹਾਂ। ਜੀ ਜੀ ਜਗ੍ਹਾ ਦੇ ਬਾਰੇ ਦੱਸਾਂ ਵੀ ਇਹ ਪੀਰ ਬਾਬਾ ਕੱਲੂ ਸ਼ਾਹ ਜੀ ਜਿਹੜੇ ਸੀਗੇ, ਜੀ ਇਹ ਪਹਾੜਾਂ 'ਚ ਰਹਿੰਦੇ ਸੀ। ਸਾਡੇ ਪਿੰਡ ਮੁਸਲਮਾਨ ਕਸਾਈ ਰਹਿੰਦੇ ਸੀ। ਜੀ ਉਹ ਬੱਕਰੇ ਵੱਢ ਕੇ ਉਹਨਾਂ ਦਾ ਮੀਟ ਵੇਚਣ ਦਾ ਕਾਰੋਬਾਰ ਸੀ। ਜੀ ਜੀ ਉਹ ਇੱਕ ਵਾਰ ਬੱਕਰੇ ਲੈਣ ਗਏ ਤੇ ਉੱਥੇ ਕਿਸੇ ਬੱਕਰੇ ਜੋ ਲੈ ਕੇ ਤੁਰੇ ਤੇ ਇੱਕ ਵੱਡੇ ਸਾਰੇ ਦਰਖਤ 'ਤੇ ਢਾਏ ਤੇ ਜਗ੍ਹਾ 'ਤੇ ਰਾਤ ਕੱਟਣ ਲਈ ਬਹਿ ਗਏ। ਜੀ ਸਵੇਰ ਨੂੰ ਉੱਠੇ ਤਾਂ ਕੋਈ ਵੀ ਉਹਨਾਂ ਦੀ ਬੱਕਰਾ ਉੱਠਦਾ ਨਹੀਂ ਸੀ। ਜੀ ਉਹਨਾਂ ਨੂੰ ਲਾਗੇ ਛਾਗੇ ਕਹਿੰਦੇ ਦੱਸਿਆ ਵੀ ਇਹ ਜਗ੍ਹਾ ਬੜੀ ਸਖਤ ਆ, ਜੀ ਤੁਸੀਂ ਇੱਥੇ ਕਿਉਂ ਬਿਠਾਏ ਆ। ਉਹ ਕਹਿੰਦੇ ਹੁਣ ਕੀ ਹਾਲ ਹੋ ਸਕਦਾ। ਜੀ ਉਹਨਾਂ ਨੇ ਫਿਰ ਇਹਨਾਂ ਪੀਰਾਂ ਬਾਰੇ ਦੱਸਿਆ ਵੀ ਉਹ ਤੋਂ ਉੱਪਰ ਇੱਕ ਹੋਰ ਪਹਾੜੀ ਆ, ਉੱਥੇ ਪੀਰ ਬਾਬਾ ਕੱਲੂ ਸ਼ਾਹ ਜੀ ਆ, ਜੀ ਉਹਨਾਂ ਨੂੰ ਲੈ ਆਓ। ਪਹਿਲਾਂ ਉਹਨੇ ਮੰਨਣਾ ਨਹੀਂ, ਮਿੰਨਤਾਂ ਮੁੱਤਾਂ ਕਰਕੇ ਲੈ ਆਇਓ, ਉਹ ਤੁਹਾਨੂੰ ਤੁਹਾਡੇ ਨਾਲ ਤੋਰ ਦੇਣਗੇ। ਜੀ ਉਹਨਾਂ ਕੋਲ ਕਹਿੰਦੇ ਕਿ ਲੋਹੇ ਦੀ ਛੜੀ ਸੀ, ਜੀ ਜਿਹਦੇ ਮਾਰਦੇ ਕਿ ਬੱਕਰਾ ਉੱਠਦਾ ਚਲੇ ਗਿਆ। ਜੀ ਉਹਨਾਂ ਨੇ ਫਿਰ ਨਾਲ ਹੀ ਬਾਬਾ ਜੀ ਨੂੰ ਇੱਥੇ ਲੈ ਆਂਦਾ ਜੀ ਭਈ ਸਾਨੂੰ ਕੋਈ ਰਾਹ 'ਚ ਸਮੱਸਿਆ ਨਾ ਆਵੇ। ਉਹ ਕਹਿੰਦੇ ਤੁਸੀਂ ਭਗਤੀ ਕਰਨੀ ਆ। ਇੱਥੇ 5 ਕਿੱਲੇ ਜ਼ਮੀਨ ਦੇ ਦਿੱਤੀ ਉਹਨਾਂ ਨੇ। ਜੀ ਇੱਥੇ ਛੰਨ ਪਾ ਕੇ ਬਾਬਾ ਜੀ ਰਹਿਣ ਲੱਗ ਪਏ। ਜੀ ਉਹਨਾਂ ਦੀ ਫੌਤ ਤੋਂ ਬਾਅਦ ਉਹਨਾਂ ਦੇ ਜਿਹੜੇ ਪੈਰੋਕਾਰ ਸੀ ਉਹਨਾਂ ਨੇ ਜਗ੍ਹਾ ਬਣਾਈ ਜੀ ਤੇ ਹੁਣ ਇਸ ਜਗ੍ਹਾ ਦਾ ਜਿਹੜਾ ਪ੍ਰਬੰਧ ਆ ਉਹ ਅਸੀਂ ਪਿੰਡ ਦੀ ਨੌਜਵਾਨ ਕਮੇਟੀ ਮੁੰਡਿਆਂ ਦੀ ਬਣਾਈ ਆ। ਜੀ ਉਹ ਸਾਰੇ ਸਾਂਭਦੇ ਆ, ਜੀ ਮੇਲਾ ਵੀ ਉਹ ਕਰਾਉਂਦੇ ਆ। ਜੀ ਇਹਦੇ ਨਾਲ
ਵਕਫ ਬੋਰਡ ਵਾਲਿਆਂ ਦਾ ਵੀ ਕੋਈ ਸੰਬੰਧ ਹੈਗਾ। ਪਰਲੇ ਪਾਸੇ ਕੁਝ ਇੱਧਰਲੇ ਲੋਕਲ ਜਿਹੜੇ ਮੁਸਲਮਾਨ ਆ ਹਾਂਜੀ ਉਹਨਾਂ ਨੇ ਪੈਸੇ ਖਰਚ ਕੇ ਕਾਫੀ ਕਮਰੇ ਬਣਾਏ ਆ। ਜੀ ਉਹ ਇਸਲਾਮੀ ਸਿੱਖਿਆ ਆਪਣੀ ਥੋੜ੍ਹੀ ਬਹੁਤ ਗੁੱਜਰਾਂ ਦੇ ਨਿਆਣਿਆਂ ਨੂੰ ਜਿਹੜੇ ਮੁਸਲਮਾਨਾਂ ਧਰਮ ਨਾਲ ਸੰਬੰਧ ਰੱਖਦੇ ਆ ਜੀ ਉਹ ਆਪਣੀ ਇਸਲਾਮੀ ਸਿੱਖਿਆ ਦਿੰਦੇ ਆ। ਜੀ ਅਤੇ ਬੜਾ ਸੋਹਣਾ ਇੱਥੇ ਚੱਲਦਾ। ਜੀ ਇੱਥੇ ਤਕਰੀਬਨ ਪੰਜਾਬ ਦਾ ਹਰ ਕਲਾਕਾਰ ਇਹ ਸਟੇਜ 'ਤੇ ਗਾ ਚੁੱਕਾ। ਜੀ 2 ਸਾਲ ਕਰੋਨਾ ਦੀ ਵਜ੍ਹਾ ਕਰਕੇ ਮੇਲਾ ਨਹੀਂ ਹੋ ਸਕਿਆ। ਜੀ ਜੀ ਉਹ ਮੇਲਾ ਨਾ ਹੋਣ ਕਰਕੇ ਸਾਡੇ ਕੋਲ ਕੋਈ ਮਾਇਆ ਬਚੀ ਸੀ ਅਤੇ ਅਸੀਂ ਉਹਦੀ ਸ਼ੈੱਡ ਬਣਾ ਦਿੱਤੀ ਆ ਜੀ ਲੰਗਰ ਵਾਲੀ। ਅਤੇ ਅਗਲੇ ਸਾਲ ਹੁਣ ਬਾਬਾ ਜੀ ਨੇ ਮਿਹਰ ਕੀਤੀ ਅਤੇ ਅਗਲੇ ਸਾਲ ਮੇਲਾ ਫਿਰ ਕਰਾਵਾਂਗੇ। ਬਹੁਤ ਹੀ ਵਧੀਆ ਦੋਸਤੋ, ਅਸੀਂ ਦੇਖਿਆ ਵੀ ਇਸ ਜਗ੍ਹਾ ਦਾ ਇਤਿਹਾਸ ਕੀ ਹੈ, ਕਿੰਨੇ ਪੁਰਾਣੇ ਟਾਈਮ ਤੋਂ ਇਹ ਇੱਥੇ ਹੈ, ਪਹਿਲਾਂ ਇਹਦੀ ਕੀ ਕੰਡੀਸ਼ਨ ਸੀ, ਹੁਣ ਕੀ ਹੈ ਅਤੇ ਕਿਸ ਤਰ੍ਹਾਂ ਇਸ ਦਾ ਰੱਖ ਰਖਾਵ ਕੀਤਾ ਜਾ ਰਿਹਾ ਹੈ ਪਿੰਡ ਵੱਲੋਂ, ਅਤੇ ਕਿਸ ਤਰ੍ਹਾਂ ਧਰਮਾਂ ਤੋਂ ਉੱਪਰ ਉੱਠ ਕੇ, ਜਿਸ ਤਰ੍ਹਾਂ ਜੇ ਅਸੀਂ ਧਰਮਾਂ ਦੀ ਗੱਲ ਕਰੀਏ ਤਾਂ ਮੜੀਆਂ, ਮਸੀਤਾਂ, ਦਰਗਾਹਾਂ ਨੂੰ ਮੁਸਲਮਾਨਾਂ ਦਾ ਧਰਮ ਸਥਲ ਮੰਨਿਆ ਜਾਂਦਾ ਹੈ, ਪਰ ਜਿਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਸਿੱਖ ਵੀਰ ਇੱਥੇ ਦੀ ਪੂਰੀ ਦੇਖਭਾਲ ਕਰ ਰਹੇ ਨੇ, ਅਤੇ ਇਹ ਵੀ ਇਸ ਪਿੰਡ ਦੀ ਇੱਕ ਬਹੁਤ ਹੀ ਵੱਡੀ ਮਿਸਾਲ ਹੈ ਕਿ ਇਹ ਧਰਮਾਂ ਤੋਂ ਵੀ ਉੱਪਰ ਉੱਠ ਕੇ ਏਕਤਾ ਦਾ, ਇਕਜੁੱਟਤਾ ਦਾ ਸੁਨੇਹਾ ਸਾਰੇ ਦੇਸ਼ ਨੂੰ ਦੇ ਰਹੇ ਨੇ। ਅਤੇ ਆਓ ਇਸੇ ਸੁਨੇਹੇ ਦੇ ਨਾਲ ਅੱਗੇ ਚੱਲਦੇ ਹਾਂ, ਤੁਹਾਨੂੰ ਪਿੰਡ ਦੀਆਂ ਹੋਰ ਖੂਬਸੂਰਤ ਥਾਵਾਂ ਦਿਖਾਉਂਦੇ ਹਾਂ। ਆਓ ਚਲੀਏ। ਦੋਸਤੋ, ਪਿੰਡ ਘੁੰਮਦੇ ਘੁੰਮਦੇ ਅਸੀਂ ਆਏ ਸੀ ਇੱਥੇ ਓਪਨ ਸਪੇਸਿਸ ਦੇ ਵਿੱਚ। ਆਸੇ ਪਾਸੇ ਖੇਤ ਨੇ, ਬੜੇ ਹੀ ਸੋਹਣੇ ਸੋਹਣੇ ਦਰਖਤ ਲੱਗੇ ਹੋਏ ਨੇ, ਅਤੇ ਇਹਨਾਂ ਦੇ ਵਿਚਕਾਰ ਅਸੀਂ ਦੇਖਿਆ ਇੱਕ ਹੋਰ ਦਰਗਾਹ ਹੈ। ਅਸੀਂ ਤਾਂ ਇਹਦੇ ਬਾਰੇ ਨਹੀਂ ਜਾਣਦੇ, ਅਤੇ ਅਸੀਂ ਇੱਥੋਂ ਦੇ ਪ੍ਰਬੰਧਕਾਂ ਤੋਂ ਪੁੱਛਦੇ ਹਾਂ ਕਿ ਇਹ ਕਿਹੜੀ ਦਰਗਾਹ ਹੈ ਅਤੇ ਇੱਥੇ ਕੀ ਕੀ ਪ੍ਰੋਗਰਾਮ ਹੁੰਦੇ ਨੇ। ਸਭ ਤੋਂ ਪਹਿਲਾਂ ਸਾਨੂੰ ਤੁਸੀਂ ਆਪਣਾ ਨਾਮ ਦੱਸੋ। ਮੇਰਾ ਨਾਮ ਸੁਖਪਾਲ ਸਿੰਘ ਜੀ। ਠੀਕ ਹੈ ਜੀ, ਤੁਸੀਂ ਹੁਣ ਸਾਡੇ ਦਰਸ਼ਕਾਂ ਨੂੰ ਇਸ ਦਰਗਾਹ ਬਾਰੇ ਥੋੜ੍ਹੀ ਜਾਣਕਾਰੀ ਦਿਓ ਕਿ ਦਰਗਾਹ ਦਾ ਨਾਮ ਕੀ ਹੈ ਅਤੇ ਇੱਥੇ ਕਿਹੜੇ ਕਿਹੜੇ ਪ੍ਰੋਗਰਾਮਸ ਲੱਗਦੇ ਨੇ। ਅਤੇ ਇਹਨਾਂ ਦਾ ਨਾਂ ਜੀ ਗੁੱਗਾ ਜ਼ਾਹਰਾ ਪੀਰ, ਜੋ ਕਿ ਪਿੰਡ ਦੀ ਕਾਫੀ ਪੁਰਾਣੀ ਜਗ੍ਹਾ ਆ ਜੀ। ਤਾਂ ਇਹਦਾ ਮਈ ਮਹੀਨੇ ਦੀ ਤਰੀਕ ਨੂੰ ਇਹਨਾਂ ਇੱਥੇ ਮੇਲਾ ਹੁੰਦਾ ਜੀ, ਯਾਨੀ ਕਿ ਵਧੀਆ ਪਿੰਡ ਦੇ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਵੱਲੋਂ ਲਾਇਆ ਜਾਂਦਾ ਆ। ਤਾਂ ਹੋਰ ਇੱਥੇ ਬਹੁਤ ਮਾਨਤਾ ਹੈ ਜੀ, ਲੋਕ ਬਹੁਤ ਦੂਰੋਂ ਦੂਰੋਂ ਆਉਂਦੇ ਆ, ਜਿੱਦਾਂ ਮਨੋਕਾਮਨਾ ਜਿਹਨਾਂ ਦੀਆਂ ਪੂਰੀਆਂ ਹੁੰਦੀਆਂ, ਤਾਂ ਹਰ ਜਦੋਂ ਵੀ ਮਈ ਮਹੀਨੇ ਇਹਨਾਂ ਦਾ ਮੇਲਾ ਹੁੰਦਾ ਤਾਂ ਇੱਥੇ ਜ਼ਰੂਰ ਆਉਂਦੇ ਜੀ ਮੱਥਾ ਟੇਕਣ। ਜੀ ਠੀਕ ਹੈ, ਅਤੇ ਦੋਸਤੋ ਕਿਉਂ ਨਾ ਆਪਾਂ ਹੁਣ ਅੰਦਰ ਚੱਲੀਏ ਅਤੇ ਤੁਹਾਨੂੰ ਇਹ ਦਰਗਾਹ ਅੰਦਰੋਂ ਕਿੱਦਾਂ ਦੀ ਦਿਖਦੀ ਹੈ ਇਹਦੇ ਦਰਸ਼ਨ ਕਰਵਾਈਏ। ਆਓ ਚੱਲਦੇ ਹਾਂ। ਦੋਸਤੋ, ਪਿੰਡ ਨੈਣੋਵਾਲ ਦੀਆਂ ਗਲੀਆਂ ਦੀ ਤਾਂ ਅਸੀਂ ਤੁਹਾਨੂੰ ਸੈਰ ਕਰਾਤੀ, ਉਹਦੇ ਵਿੱਚ ਤਾਂ ਕੱਲੀ ਚੀਜ਼, ਕੱਲੇ ਥਾਂ ਦੇ ਤੁਹਾਨੂੰ ਦਰਸ਼ਨ ਕਰਵਾਤੇ। ਅਸੀਂ ਇੱਥੋਂ ਹੁਣ ਹਾਈਵੇ ਤੋਂ ਗੁਜ਼ਰ ਰਹੇ ਸੀ ਅਤੇ ਸਾਡੀ ਨਜ਼ਰ ਅਚਾਨਕ ਪਈ ਇੱਥੇ ਗੁਰੂ ਰਾਮਦਾਸ ਸੁਪਰ ਮਲਟੀ ਸਪੈਸ਼ਲਿਟੀ ਹੌਸਪੀਟਲ 'ਤੇ, ਅਤੇ ਫਿਰ ਸਾਡੇ ਕੋਲੋਂ ਰੁਕਿਆ ਨਹੀਂ ਗਿਆ ਅਤੇ ਅਸੀਂ ਇੱਥੇ ਰੁਕ ਹੀ ਗਏ, ਕਿਉਂਕਿ ਇਹ ਵੀ ਪਿੰਡ ਨੈਣੋਵਾਲ ਦਾ ਹੀ ਇੱਕ ਹਿੱਸਾ ਹੈ। ਅਤੇ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਹੌਸਪੀਟਲ ਦੇ ਵਿੱਚ ਜੋ ਖਾਸ ਗੱਲ ਹੈ ਉਹ ਇਹ ਹੈ ਕਿ ਇੱਥੇ ਸਾਰਾ ਇਲਾਜ, ਸਾਰੀਆਂ ਦਵਾਈਆਂ ਹਰ ਇੱਕ ਰੋਗੀ ਨੂੰ, ਪੇਸ਼ੈਂਟ ਨੂੰ ਮੁਫਤ ਦਿੱਤੀਆਂ ਜਾਂਦੀਆਂ ਨੇ। ਅਤੇ ਆਓ ਇੱਥੋਂ ਦੇ ਓਨਰ ਡਾਕਟਰ ਨਵਤੇਜ ਸਿੰਘ ਸਿੱਧੂ ਦੇ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਅਤੇ ਜਾਣਦੇ ਹਾਂ ਇਸ ਹੌਸਪੀਟਲ ਦੀ ਪੂਰੀ ਡਿਟੇਲਸ। ਡਾਕਟਰ ਸਾਹਿਬ, ਪ੍ਰੋਗਰਾਮ ਮੇਰਾ ਪਿੰਡ ਮੇਰਾ ਮਾਨ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ ਸਭ ਨੂੰ। ਸਰ, ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇਹ ਜਿਹੜਾ ਹੌਸਪੀਟਲ ਹੈ ਇਹਦੇ ਵਿੱਚ ਜਿਸ ਤਰ੍ਹਾਂ ਕਿ ਸਾਨੂੰ ਪਤਾ ਚੱਲਿਆ ਕਿ ਸਾਰੀਆਂ ਹੀ ਸੁਵਿਧਾਵਾਂ ਬਿਲਕੁਲ ਫ੍ਰੀ ਆਫ ਕਾਸਟ ਹੈ ਨਾ, ਅਤੇ ਇਹ ਤੁਸੀਂ ਕਦੋਂ ਤੋਂ ਸਟਾਰਟ ਕੀਤਾ ਹੋਇਆ, ਇਹਦੇ ਬਾਰੇ ਪੂਰੀ ਡਿਟੇਲ ਦੱਸਿਓ ਸਾਨੂੰ। ਮੈਂ ਡਾਕਟਰ ਨਵਤੇਜ ਸੰਧੂ, ਆਰਥੋਪੈਡਿਕਸ। ਇੱਥੇ ਪਹਿਲਾਂ ਰੂਹਾਨੀਅਤ ਪ੍ਰਕਾਸ਼ ਚੈਰੀਟੇਬਲ ਹੌਸਪੀਟਲ ਨੈਣੋਵਾਲ ਵੈਦ ਦੇ ਵਿੱਚ ਇਹ ਹੌਸਪੀਟਲ ਸਥਾਪਿਤ ਸੀਗਾ, ਕਾਫੀ ਦੇਰ ਪਹਿਲਾਂ ਪੁਰਾਣਾ ਸੀਗਾ, ਬਟ ਕਿਸੇ ਕਾਰਨ ਕਰਕੇ ਕੁਝ ਹੋ ਸਕਿਆ ਕਿ ਹੌਸਪੀਟਲ ਨਹੀਂ ਚੱਲ ਪਾਇਆ ਕਿਸੇ ਕਾਰਨ ਕਰਕੇ। ਸੋ ਅਸੀਂ ਉਸ ਤੋਂ ਬਾਅਦ ਕੀ ਕੀਤਾ ਕਿ ਸਾਨੂੰ ਪਤਾ ਲੱਗਾ, ਅਸੀਂ ਇੱਥੇ ਸਟਾਰਟ ਕੀਤਾ, ਬਟ ਸਾਨੂੰ ਆਏ ਨੂੰ ਹਜੇ 2 ਮੰਥ ਹੀ ਹੋਏ ਆ, ਕੋਈ ਜ਼ਿਆਦਾ ਟਾਈਮ ਨਹੀਂ ਹੋਇਆ। ਉਸ ਤੋਂ ਬਾਅਦ ਅਸੀਂ ਹੁਣ ਜਿਹੜਾ ਹੌਸਪੀਟਲ ਦਾ ਨਾਮ ਚੇਂਜ ਕਰਕੇ ਸ਼੍ਰੀ ਗੁਰੂ ਰਾਮਦਾਸ ਹੌਸਪੀਟਲ ਸੁਪਰ ਮਲਟੀ ਸਪੈਸ਼ਲਿਟੀ ਦੇ ਹੌਸਪੀਟਲ ਦੇ ਨਾਮ ਦੇ ਉੱਤੇ ਅਸੀਂ ਸੈਂਟਰ ਸਟਾਰਟ ਕੀਤਾ। ਸੈਂਟਰ ਸਟਾਰਟ ਕਰਨ ਦੇ ਵਿੱਚ ਸਾਨੂੰ ਇਸ ਇਲਾਕੇ ਦੀ ਜੋ
ਸਹੂਲਤ ਉਹ ਇਸ ਤਰੀਕੇ ਨਾਲ ਦਿੱਤੀ ਗਈ ਕਿ ਸੰਤ ਬਾਬਾ ਬੂਟਾ ਸਿੰਘ ਜੀ ਦੇ ਨਾਂ ਦੇ ਉੱਤੇ ਹਸਪੀਟਲ ਉਹਨਾਂ ਦੀ ਸੇਵਾ ਦੇ ਵਿੱਚ ਬਣਿਆ ਸੀਗਾ ਜੀ। ਔਰ ਇਹਦੇ ਜਿਹੜੇ ਮਹਾਦਾਨੀ ਸੀ ਜੋ ਬਾਬਾ ਜਗੀਰ ਸਿੰਘ ਜੀ ਸੀਗੇ ਜੀ, ਔਰ ਸਰਦਾਰ ਸਤਨਾਮ ਸਿੰਘ ਢਿੱਲੋਂ ਸਾਹਿਬ, ਉਸ ਤੋਂ ਬਾਅਦ ਜਸਵੀਰ ਸਿੰਘ ਜੀ ਹੋਣੀ, ਇਹਨਾਂ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਇਸ ਇਲਾਕੇ ਦੇ ਵਿੱਚ ਅਸੀਂ ਜੋ ਸਹੂਲਤ ਇਹਨਾਂ ਨੂੰ ਦੇ ਰਹੇ ਹਾਂ ਉਹ ਇਸ ਤਰੀਕੇ ਦੀ ਸਹੂਲਤ ਦੇ ਰਹੇ ਹਾਂ ਕਿ ਇਸ ਹਸਪੀਟਲ ਦੇ ਵਿੱਚ ਤਕਰੀਬਨ ਜਿਹੜਾ ਵੀ ਪੇਸ਼ੈਂਟਸ ਹੁੰਦਾ ਆ, ਚਾਹੇ ਉਹ ਵਾਇਰਲ ਦੇ ਨਾਲ ਰਿਲੇਟਡ ਹੈਵੇ, ਚਾਹੇ ਉਹ ਆਰਥੋ ਦਾ ਪੇਸ਼ੈਂਟਸ ਹੋਵੇ, ਚਾਹੇ ਉਹ ਨਿਊਰੋ ਦਾ ਪੇਸ਼ੈਂਟਸ ਹੋਵੇ, ਚਾਹੇ ਉਹ ਗੈਸਟ੍ਰੋ ਦਾ ਪੇਸ਼ੈਂਟਸ ਹੋਵੇ, ਮਤਲਬ ਐਨੀ ਕਿਸੇ ਵੀ ਢੰਗ ਦੀ ਕੋਈ ਵੀ ਐਮਰਜੈਂਸੀ ਜਿਹੜੀ ਆ 24 ਆਵਰ 24 ਘੰਟੇ ਇੱਥੇ ਅਵੇਲੇਬਲ ਹੈ ਜੀ। ਉਸ ਤੋਂ ਬਾਅਦ ਅਸੀਂ ਹੁਣ ਇਹਦੇ ਵਿੱਚ ਕੀ ਕਰਨ ਜਾ ਰਹੇ ਹਾਂ ਕਿ ਜਿਹੜੇ ਪੇਸ਼ੈਂਟਸ ਸਾਡੇ ਕੋਲ ਡੇਲੀ ਓਪੀਡੀ ਦੇ ਵਿੱਚ ਆਉਂਦੇ ਆ, ਏਰੀਏ ਦੇ ਅਕੋਰਡਿੰਗ ਦੇਖ ਕੇ ਕਿ ਥੋੜ੍ਹਾ ਏਰੀਆ ਵਾਈਜ਼, ਜਿਸ ਤਰ੍ਹਾਂ ਕਈ ਵਾਰੀ ਕੋਈ ਪੇਸ਼ੈਂਟਸ ਮੈਂ ਦੇਖਦਾ ਪਿੰਡਾਂ ਦੇ ਵਿੱਚੋਂ ਆਉਂਦੇ ਆ ਅਤੇ ਉਹ ਪੇਸ਼ੈਂਟਸ ਇਸ ਤਰੀਕੇ ਦੇ ਹੁੰਦੇ ਆ ਕਿ ਕਈਆਂ ਦੇ ਕੋਲ ਉਹਨੇ ਪੈਸੇ ਵੀ ਨਹੀਂ ਹੁੰਦੇ ਕਿ ਉਹ ਵਿਚਾਰਾ ਇੱਕ ਗੋਲੀ ਵੀ ਲੈ ਸਕੇ। ਪੈਸੇ ਖਰਚਣ ਦੇ ਕਾਰਨ ਕਰਕੇ ਕਈ ਲੋਕ ਬਿਨਾਂ ਇਲਾਜ ਤੋਂ ਹੀ ਘਰ ਬੈਠੇ ਰਹਿੰਦੇ ਆ, ਪਰ ਮੈਂ ਇਸ ਇਲਾਕੇ ਦੀ ਸਹੂਲਤ ਦੇ ਵਾਸਤੇ, ਇਸ ਪਿੰਡ ਦੀ ਸਹਿਯੋਗ ਦੇ ਨਾਲ, ਇਸ ਇਲਾਕੇ ਦੇ ਸਹਿਯੋਗ ਦੇ ਨਾਲ ਮੈਂ ਡਾਕਟਰ ਨਵਤੇਜ ਸਿੰਘ ਕਿਸੇ ਵੀ ਪਾਰਟੀ ਦੇ ਕੋਲੋਂ ਜਾਂ ਕਿਸੇ ਹੋਰ ਦੇ ਕੋਲੋਂ ਕਿਸੇ ਵੀ ਢੰਗ ਦੀ ਕੋਈ ਬਿਨਾਂ ਮਦਦ ਦੇ ਉੱਤੋਂ ਆਪਣੇ ਹੀ ਅਸੀਂ ਬਲਬੂਤੇ 'ਤੇ ਇਲਾਕੇ ਦੀ ਸਹੂਲਤ ਦੇ ਕਰਕੇ ਅਸੀਂ ਇੱਥੇ ਜਿਹੜਾ ਇਲਾਜ ਬਿਲਕੁਲ ਟੋਟਲ ਫ੍ਰੀ ਆਫ ਕੋਸਟ ਰੱਖ ਦਿੱਤਾ ਜੀ। ਉਹਦੇ ਵਿੱਚ ਅਸੀਂ ਕਿਸੇ ਦੇ ਕੋਲੋਂ ਵੀ ਕਿਸੇ ਪੇਸ਼ੈਂਟ ਕੋਲੋਂ ਕੋਈ ਚਾਰਜਸ ਨਹੀਂ ਮਹਿਸੂਸ ਕਰਦੇ, ਨਾ ਹੀ ਕੋਈ ਲੈ ਰਹੇ। ਸਾਡੇ ਕੋਲ ਇੱਥੇ ਪੇਸ਼ੈਂਟ ਓਪੀਡੀ ਦੇ ਵਿੱਚ ਜਿਹੜਾ ਵੀ ਆ ਰਿਹਾ ਉਸ ਪੇਸ਼ੈਂਟ ਨੂੰ ਬਿਲਕੁਲ ਫ੍ਰੀ ਆਫ ਕਾਸਟ ਜਿਹੜੀ ਮੈਡੀਸਿਨ ਦਿੱਤੀ ਜਾ ਰਹੀ ਜੀ। ਤੁਸੀਂ ਤੇ ਡਾਕਟਰ ਸਾਹਿਬ ਬੜਾ ਹੀ ਵਧੀਆ ਉਪਰਾਲਾ ਕੀਤਾ ਹੋਇਆ, ਕਿਉਂਕਿ ਅੱਜ ਕੱਲ੍ਹ ਦੀ ਡੇਟ 'ਚ ਦੇਖਿਆ ਜਾਵੇ ਤਾਂ ਆਪਣਾ ਮੈਡੀਕਲ ਟ੍ਰੀਟਮੈਂਟ ਜਿਹੜਾ ਹੈ ਸਭ ਤੋਂ ਕਾਸਟਲੀ ਹੋ ਚੁੱਕਾ ਹੈ, ਆਮ ਬੰਦਾ ਤੇ ਅਫੋਰਡ ਹੀ ਨਹੀਂ ਕਰ ਸਕਦਾ। ਤੇ ਇਸ ਉਪਰਾਲੇ ਲਈ ਅਸੀਂ ਤੁਹਾਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਸਰ। ਥੈਂਕ ਯੂ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ ਥੈਂਕਸ ਹੈ ਜੀ। ਤੁਸੀਂ ਵੀ ਸਾਨੂੰ ਜਾਂਦੇ ਜਾਂਦੇ ਅਚਾਨਕ ਹੀ ਮਿਲੇ ਜੀ, ਔਰ ਬਹੁਤ ਥੈਂਕਸ ਹੈ ਜੀ ਤੁਹਾਡਾ ਸਭ ਦਾ, ਤੁਹਾਡੇ ਚੈਨਲ ਦਾ ਵੀ ਥੈਂਕ ਯੂ ਕਰਦੇ ਹਾਂ। ਆਲ ਦਾ ਬੈਸਟ। ਥੈਂਕ ਯੂ ਸੋ ਮਚ। ਤੇ ਦੋਸਤੋ, ਇੰਨੇ ਵਧੀਆ ਮਿਸ਼ਨ ਨੂੰ ਜਾਣਨ ਤੋਂ ਬਾਅਦ ਆਓ ਹੁਣ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ ਤੇ ਦਿਖਾਉਂਦੇ ਹਾਂ ਪਿੰਡ ਨੈਣੋਵਾਲ ਦੀ ਕੁਝ ਹੋਰ ਖਾਸੀਅਤ। ਆਓ ਚਲਿਏ। ਦੋਸਤੋ, ਹੁਣ ਅਸੀਂ ਪਿੰਡ ਦੇ ਦੂਸਰੇ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ। ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਸ਼੍ਰੀ ਗੁਰੂ ਰਵਿਦਾਸ ਜੀ ਧਰਮ ਸਥਾਨ। ਅਤੇ ਆਓ ਅਸੀਂ ਅੰਦਰ ਚੱਲਦੇ ਹਾਂ। ਪਹਿਲਾਂ ਤਾਂ ਇੱਥੇ ਮੱਥਾ ਟੇਕਦੇ ਹਾਂ, ਫਿਰ ਇੱਥੇ ਦੀ ਪ੍ਰਬੰਧਕੀ ਕਮੇਟੀ ਨਾਲ ਗੱਲ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਇਸ ਗੁਰਦੁਆਰਾ ਸਾਹਿਬ ਦਾ ਰੱਖ ਰਖਾਵ ਕਿਸ ਤਰ੍ਹਾਂ ਕੀਤਾ ਜਾਂਦਾ ਹੈ। ਆਓ ਚਲੀਏ ਅੰਦਰ। ਦੋਸਤੋ, ਅਸੀਂ ਮੱਥਾ ਤਾਂ ਟੇਕ ਲਿਆ। ਹੁਣ ਇੱਥੇ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜੀ ਦੇ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਅਤੇ ਜਾਣਦੇ ਹਾਂ ਕਿ ਇੱਥੋਂ ਦੇ ਗੁਰਦੁਆਰਾ ਸਾਹਿਬ ਦਾ ਰੱਖ ਰਖਾਵ ਉਹ ਕਿਸ ਤਰ੍ਹਾਂ ਕਰਦੇ ਨੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਸਰ, ਸਭ ਤੋਂ ਪਹਿਲਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣਾ ਨਾਮ ਦੱਸੋ। ਮੇਰਾ ਨਾਮ ਨਗਿੰਦਰ ਸਿੰਘ ਸਰਪੰਚ ਜੀ। ਮੈਂ ਗੁਰੂ ਰਵਿਦਾਸ ਧਰਮ ਸਥਾਨ ਦੇ ਕਮੇਟੀ ਦਾ ਪ੍ਰਧਾਨ ਹਾਂ ਜੀ। ਅਤੇ ਪਿੰਡ ਨੈਣੋਵਾਲ ਦੀ ਇੱਕ ਕਮੇਟੀ ਹੈ ਜੀ। ਤੋ ਇਹ ਜਿਹੜਾ ਗੁਰਦੁਆਰਾ ਸਾਹਿਬ ਬਣਿਆ, ਹਾਂਜੀ, ਇਹ ਸਾਡੇ ਤਾਇਆ ਜੀ ਪਹਿਲਾਂ ਸਰਪੰਚ ਹੁੰਦੇ ਸੀ ਮੇਰੇ ਤੋਂ ਪਹਿਲਾਂ, ਜੀ, ਕਿਉਂਕਿ ਮੈਂ 98 ਵਿੱਚ ਸਰਪੰਚ ਬਣਿਆ ਸੀਗਾ ਜੀ, ਪਹਿਲੀ ਵਾਰ। ਉਦੋਂ ਮੇਰੀ ਉਮਰ 31 ਸਾਲ ਦੀ ਸੀ। ਜੀ, 3 ਵਾਰ ਲਗਾਤਾਰ ਮੈਂ ਸਰਪੰਚ ਰਿਹਾ। ਜੀ, ਉਹ ਤੋਂ ਬਾਅਦ ਇੱਕ ਟਰਮ ਵਿੱਚ ਬਦਲੀ ਆ, ਹੁਣ ਫਿਰ ਮੇਰੇ ਮਿਸੇਜ ਸਰਪੰਚ ਹਨ ਜੀ, ਅਤੇ ਗੁਰਦੁਆਰੇ ਦੇ ਵੀ ਮੈਂ ਪ੍ਰਧਾਨ ਹਾਂ। ਜੀ, ਉਹ ਸਾਡੇ ਤਾਇਆ ਜੀ ਹੁਣੀ ਇਹਦਾ ਜਿਹੜਾ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਆ ਜੀ, ਸਾਰੀ। ਇਹ ਜਿਹੜੇ ਗਰੀਬਾਂ ਨੂੰ ਥਾਂ 3-3 ਮਰਲੇ ਮਿਲੇ ਸੀ,
ਉਹਨਾਂ ਦੇ ਵਿੱਚੋਂ ਕੁਝ ਥਾਂ ਕੱਟ ਕੇ ਉਹਨਾਂ ਨੇ ਇਹ ਕੁਝ 4-5 ਕਨਾਲ ਥਾਂ ਜਿਹੜਾ ਉਹ ਸਾਂਝੇ ਧਰਮ ਸਥਾਨ ਲਈ ਬਣਾਇਆ, ਕਿਉਂਕਿ ਸਾਡੇ ਲੋਕਾਂ ਕੋਲ ਪਹਿਲੇ ਕੋਈ ਕਿਸੇ ਗੁਰਦੁਆਰੇ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਸੀ। ਜਦੋਂ ਅਸੀਂ ਦੂਸਰੇ ਗੁਰਦੁਆਰੇ ਜਾਂਦੇ ਸੀ ਤਾਂ ਕਈ ਵਾਰੀ ਕਈ ਪ੍ਰੋਬਲਮ ਆ ਜਾਂਦੀ ਸੀ। ਫਿਰ ਉਹਨਾਂ ਨੇ ਇਹ ਗੁਰਦੁਆਰੇ ਦੀ ਉਸਾਰੀ ਜਿਹੜੀ ਆ ਉਹ ਕੀਤੀ ਆ। ਇਸ ਗੁਰਦੁਆਰੇ ਦੇ ਉਸਾਰੀ ਤੋਂ ਬਾਅਦ ਇੱਥੇ ਦੇ ਜਿਹੜੀ ਪ੍ਰਬੰਧਕ ਕਮੇਟੀ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਚਲਾਈ, ਅਤੇ ਇਹ ਜਿਹੜਾ ਸਭ ਤੋਂ ਪਹਿਲਾਂ ਸਾਡਾ ਇਹ ਗੁਰਦੁਆਰਾ ਸੀਗਾ, ਜਿਹਦਾ ਕਿ ਐਡਾ ਵੱਡਾ ਗੁਰਦੁਆਰਾ ਹੁਸ਼ਿਆਰਪੁਰ ਡਿਸਟ੍ਰਿਕਟ 'ਚ ਗੁਰੂ ਰਵਿਦਾਸ ਧਰਮ ਸਥਾਨ ਬਣਿਆ ਸੀ। ਬਹੁਤ ਵਧੀਆ ਕਲਾਕਾਰ ਇੱਥੇ ਆਉਂਦੇ ਆ। ਇਹਦਾ ਉਦਘਾਟਨ ਜਿਹੜਾ ਉਸ ਟਾਈਮ ਦੇ GS ਕੇਸਰ DC ਸਾਹਿਬ ਉਹਨਾਂ ਨੇ ਕੀਤਾ ਸੀਗਾ, ਅਤੇ ਉਹਨਾਂ ਤੋਂ ਬਾਅਦ ਜਦੋਂ ਸਾਡੇ ਕੋਲ ਇਹਦਾ ਪ੍ਰਬੰਧ ਆਇਆ, ਅਸੀਂ ਵੀ ਉਹਨਾਂ ਦੇ ਪੂਰਨਿਆਂ 'ਤੇ ਚੱਲ ਕੇ ਵਧੀਆ ਤਰੀਕੇ ਨਾਲ ਚਲਾ ਰਹੇ ਹਾਂ, ਕਿਉਂਕਿ ਲੋਕਾਂ ਦੀ ਜੋ ਮੰਗ ਆ, ਬਹੁਤ ਵਧੀਆ ਜਿਹੜੇ ਆਰਟਿਸਟ ਆ ਉਹ ਅਸੀਂ ਸਾਲ ਬਾਅਦ ਇੱਥੇ ਸੱਦ ਕੇ ਗੁਰੂ ਮਹਾਰਾਜ ਦੀ ਜਿਹੜੀ ਮਹਿਮਾ, ਉਹਨਾਂ ਦੇ ਜਨਮ ਦਿਨ ਜਿਹੜਾ ਮਨਾਉਂਦੇ ਆ, ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ। ਪਿੰਡ ਦੇ ਵਿੱਚ 3 ਦਿਨ ਅਖੰਡ ਪਾਠ ਸਾਹਿਬ ਰੱਖੇ ਜਾਂਦੇ ਆ, ਅਤੇ 3 ਦਿਨ ਜਿਹੜਾ ਉਹ ਅਖੰਡ ਪਾਠ ਸਾਹਿਬ ਦੇ ਜਾਪ ਚੱਲਦੇ ਆ, ਅਤੇ ਇੱਕ ਦਿਨ ਵਿਚਲੇ ਦਿਨ ਜਿਹੜਾ ਇੱਕ ਦਿਨ ਪਹਿਲਾਂ ਪ੍ਰਭਾਤੀ ਫੇਰੀ ਜਿਹੜੀ ਆ ਉਹ ਪੂਰੇ ਪਿੰਡ ਦੀ ਗੁਰੂ ਮਹਾਰਾਜ ਦੇ ਨਾਲ ਲੈ ਕੇ ਪਰਿਕਰਮਾ ਕੀਤੀ ਜਾਂਦੀ ਆ। ਜੀ ਇਹ ਤਾਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਤੁਹਾਡੇ ਵੱਲੋਂ, ਅਤੇ ਜ਼ਰੂਰੀ ਹੈ ਜੀ, ਸਾਰੇ ਧਰਮਾਂ ਦੀ ਇੱਕ ਆਸਥਾ ਹੁੰਦੀ ਹੈ, ਉਸ ਨੂੰ ਰੱਖਣਾ ਬਹੁਤ ਜ਼ਰੂਰੀ ਹੈ ਜੀ। ਇਸ ਕਰਕੇ ਧਰਮ ਸਥਲਾਂ ਦੀ ਸਾਡੇ ਦੇਸ਼ ਦੇ ਵਿੱਚ ਸਪੈਸ਼ਲੀ ਬਹੁਤ ਜ਼ਿਆਦਾ ਮਾਨਤਾ ਹੈ, ਅਤੇ ਬਹੁਤ ਵਧੀਆ ਜਾਣਕਾਰੀ ਸਾਨੂੰ ਇਹਨਾਂ ਨੇ ਦੱਸੀ ਇਸ ਗੁਰਦੁਆਰੇ ਬਾਰੇ। ਜਿਹੜਾ ਇਹ ਵੀ ਨਾਲ ਬਿਲਡਿੰਗ 'ਚ ਬਣਾਈ ਆ। ਇਹ ਨਾਲ ਬਿਲਡਿੰਗ ਜਿਹੜੀ ਆ, ਮੈਂ ਜਦੋਂ ਸਰਪੰਚ ਬਣਿਆ ਦੂਜੀ ਵਾਰ, ਉਸ ਤੋਂ ਬਾਅਦ ਪਿੰਡ 'ਚੋਂ ਹੀ ਪੈਸੇ ਇਕੱਠੇ ਕਰਕੇ 6.5 ਲੱਖ ਦੇ ਨਾਲ ਇਹ ਥੱਲੇ ਵਾਲੀ ਬਿਲਡਿੰਗ, ਪਹਿਲਾਂ ਪੂਰਾ ਹਾਲ ਜਿਹੜਾ ਪਿੰਡ ਦੇ ਜਿਹੜਾ ਬਰਾਤ ਜਦੋਂ ਆਉਂਦੀ ਸੀ, ਕਿਤੇ ਬੈਠਣ ਲਈ ਜਗ੍ਹਾ ਨਹੀਂ ਸੀ, ਤਾਂ ਇਹ ਕਿਸਮ ਦਾ ਪੈਲਸ ਬਣਾ ਦਿੱਤਾ ਗਿਆ। ਇਹ ਕਾਫੀ ਵੱਡਾ ਪੈਲਸ ਆ। ਹੁਣ ਅਸੀਂ ਇਹਦੇ 'ਤੇ 9 ਲੱਖ ਰੁਪਈਆ ਉੱਪਰ ਲਾ ਕੇ ਡਬਲ ਬਿਲਡਿੰਗ ਬਣਾਈ ਆ, ਕਿਉਂਕਿ ਇਹ ਹੁਣ ਥੋੜ੍ਹਾ ਪੈਣ ਲੱਗ ਪਿਆ। ਇਹ ਜਦੋਂ ਕੋਈ ਬਰਾਤ ਆਉਂਦੀ ਸੀ ਤਾਂ ਮੇਲ ਲਈ ਜਗ੍ਹਾ ਨਹੀਂ ਸੀ ਕੋਈ, ਅਤੇ ਹੁਣ ਮੈਂ ਇਹ ਉੱਪਰ ਜਿਹੜਾ ਪਿੰਡ ਦੇ ਸਹਿਯੋਗ ਦੇ ਨਾਲ ਇਹ ਉੱਪਰ 9 ਲੱਖ ਰੁਪਈਆ ਤਕਰੀਬਨ ਲਾ ਕੇ ਉੱਪਰ ਵੀ ਬਿਲਡਿੰਗ ਜਿਹੜੀ ਤਿਆਰ ਕਰ ਦਿੱਤੀ ਗਈ ਆ, ਤਾਂ ਕਿ ਪਿੰਡ ਵਾਸੀਆਂ ਨੂੰ ਮਹਿੰਗੇ ਪੈਲਸਾਂ ਵਿੱਚ ਜਾ ਕੇ ਆਪਣਾ ਵਿਆਹ, ਧੀ ਦਾ ਵਿਆਹ ਨਾ ਕਰਨਾ ਪਵੇ। ਉਹ ਇੱਥੇ ਹੀ ਅਸੀਂ ਇੱਥੇ ਬਿਲਕੁਲ ਮੁਫਤ ਦਿੰਦੇ ਹਾਂ ਹਾਲ ਉਹਨਾਂ ਨੂੰ। ਸਿਰਫ 1100 ਰੁਪਈਆ ਅਸੀਂ ਰੱਖਿਆ ਹੋਇਆ, ਉਹ ਇਸ ਕਰਕੇ ਮੇਨਟੇਨੈਂਸ ਕਰਕੇ, ਅਤੇ ਕੁਛ ਇਹਦੀ ਸਾਫ਼ ਸਫਾਈ ਵਾਸਤੇ, ਕਿਉਂਕਿ ਉਸ ਵੇਲੇ ਵਿਆਹ ਦੇ ਵਿੱਚ ਲੋਕ ਰੁੱਝੇ ਹੁੰਦੇ ਆ, ਉਹ ਸਾਫ਼ ਸਫਾਈ ਨਹੀਂ ਮੌਕੇ 'ਤੇ ਕਰਦੇ, ਤਾਂ ਫਿਰ ਉਹਦੇ ਨਾਲ ਅਸੀਂ ਸਾਫ਼ ਸਫਾਈ ਜਿਹੜੀ ਆ ਉਹ ਇਹਦੀ ਰੱਖਦੇ ਆ। ਸੋ ਇਸ ਤਰੀਕੇ ਦੇ ਨਾਲ ਇਹ ਸਾਰਾ ਕੰਮ ਬਹੁਤ ਵਧੀਆ ਤਰੀਕੇ ਨਾਲ, ਸਾਰਾ ਕਮੇਟੀ ਜਿਹੜੀ ਆ ਉਹ ਵੀ ਸਾਡੇ ਜਿਹੜੇ ਸੈਕਟਰੀ ਹੈਗੇ ਆ ਉਹ ਹੈਗੇ ਆ ਆਪਣੇ ਹਰਬੰਸ ਲਾਲ ਪਾਲ ਜੀ, ਜਿਹੜੇ ਖਜ਼ਾਨਚੀ ਹੈਗੇ ਆ ਉਹ ਸੋਮਨਾਥ ਮਹਿਮੀ ਜੀ, ਅਤੇ ਮੀਤ ਪ੍ਰਧਾਨ ਹੈਗੇ ਆ ਗੁਲਜਾਰੀ ਰਾਮ ਜੀ, ਇਸ ਤਰੀਕੇ ਨਾਲ ਪਰਮਜੀਤ ਪੰਮੀ ਜੀ, ਉਹ ਵੀ ਸਾਡੀ ਕਮੇਟੀ ਦੇ ਮੈਂਬਰ ਆ। ਸੋ ਸਾਰੇ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਇਹ ਸਾਰੀ ਕਮੇਟੀ ਜਿਹੜੀ ਆ ਇਹਦਾ ਜੀ ਹਾਂ ਦੋਸਤੋ, ਇਹਨਾਂ ਨੇ ਜਿਸ ਤਰ੍ਹਾਂ ਦੱਸਿਆ ਕਿ ਪਿੰਡ ਦੇ ਸਾਰੇ ਹੀ ਸੱਜਣਾਂ ਦੇ ਸਹਿਯੋਗ ਦੇ ਨਾਲ ਬੜਾ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ। ਧੀਆਂ ਦੇ ਵਿਆਹ ਦੇ ਲਈ ਜਿਹੜਾ ਹਾਲ ਹੈ ਫ੍ਰੀ 'ਚ ਦਿੱਤਾ ਜਾਂਦਾ ਹੈ। ਸਹੀ ਗੱਲ ਹੈ, ਉਹਨਾਂ ਨੂੰ ਦੂਰ ਜਾ ਕੇ ਕਿਤੇ ਪੈਲੇਸ 'ਚ ਬਹੁਤ ਜ਼ਿਆਦਾ ਪੈਸੇ ਖਰਚਣ ਦੀ ਲੋੜ ਨਹੀਂ ਹੈ, ਕਿਉਂਕਿ ਧੀਆਂ ਦਾ ਵਿਆਹ ਤਾਂ ਵੈਸੇ ਹੀ ਕੰਨਿਆਦਾਨ ਹੁੰਦਾ ਹੈ, ਇਹ ਤਾਂ ਵੈਸੇ ਹੀ ਪੁੰਨ ਦਾ ਕੰਮ ਹੁੰਦਾ ਹੈ, ਅਤੇ ਅੱਜ ਕੱਲ੍ਹ ਤਾਂ ਪੈਲੇਸ ਦੇ ਚੱਕਰ 'ਚ ਬਹੁਤ ਜ਼ਿਆਦਾ ਪੈਸੇ ਮਾਂ ਪਿਓ ਦੇ ਵੈਸੇ ਹੀ ਲੱਗ ਜਾਂਦੇ ਨੇ, ਅਤੇ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ। ਅਤੇ ਆਓ ਹੁਣ ਦੋਸਤੋ ਅੱਗੇ ਚੱਲਦੇ ਹਾਂ ਅਤੇ ਦੇਖਦੇ ਹਾਂ ਇੱਥੋਂ ਦੀ ਹੋਰ ਕੀ ਖਾਸੀਅਤ ਹੈ। ਆਓ ਚਲੀਏ ਦੋਸਤੋ, ਹੁਣ ਅਸੀਂ ਪਹੁੰਚ ਚੁੱਕੇ ਹਾਂ ਇੱਥੋਂ ਦੇ ਸਰਕਾਰੀ ਐਲੀਮੈਂਟਰੀ ਮਿਡਲ ਸਕੂਲ ਨੈਨੋ ਵੈਦ ਵਿਖੇ, ਅਤੇ ਇੱਥੇ ਸਾਡੇ ਨਾਲ ਮੌਜੂਦ ਨੇ ਇੱਥੋਂ ਦੇ ਬਹੁਤ ਹੀ ਪੁਰਾਣੇ ਅਤੇ ਬਹੁਤ ਹੀ ਮੰਨੇ ਹੋਏ ਮਾਸਟਰ ਜੀ, ਜੋ ਕਿ ਹੁਣ ਰਿਟਾਇਰ ਹੋ ਚੁੱਕੇ ਨੇ, ਬਟ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਇਹਨਾਂ ਤੋਂ ਜਾਣਦੇ ਹਾਂ ਇੱਥੋਂ ਦੇ ਐਜੂਕੇਸ਼ਨ ਸਿਸਟਮ ਬਾਰੇ। ਸਤਿ ਸ਼੍ਰੀ ਅਕਾਲ ਸਰ, ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਸਭ ਤੋਂ ਪਹਿਲਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣਾ ਨਾਮ ਦੱਸੋ ਜੀ। ਇਹ ਮਾਸਟਰ ਹਰਭਜਨ ਸਿੰਘ ਢਿੱਲੋਂ। ਮਾਸਟਰ ਹਰਭਜਨ ਸਿੰਘ ਢਿੱਲੋਂ ਜੀ ਤੋਂ ਆਪਾਂ ਹੁਣ ਜਾਣਕਾਰੀ ਲੈਂਦੇ ਹਾਂ ਇਸ ਪਿੰਡ ਦੇ ਐਜੂਕੇਸ਼ਨ ਸਿਸਟਮ ਬਾਰੇ। ਸਰ ਤੁਸੀਂ ਦੱਸੋ, ਜਿਸ ਤਰ੍ਹਾਂ ਅਸੀਂ ਹੁਣ ਪਿੰਡ 'ਚ ਤਾਂ ਕਾਫੀ ਘੁੰਮ ਲਿਆ, ਘੁੰਮ ਕੇ ਅਸੀਂ ਦੇਖਿਆ ਵੀ ਪਿੰਡ ਦੀ ਤਾਂ ਨੁਹਾਰ ਹੀ ਬਹੁਤ ਸੋਹਣੀ ਹੈ, ਅਤੇ ਹੁਣ ਅਸੀਂ ਫਾਈਨਲੀ ਇੱਥੋਂ ਦੇ ਸਕੂਲ 'ਤੇ ਆਏ ਹਾਂ, ਅਤੇ ਅਸੀਂ ਸੋਚਿਆ ਵੀ ਐਜੂਕੇਸ਼ਨ ਜਿਹੜੀ ਹੁੰਦੀ ਹੈ ਉਹ ਕਿਸੇ ਵੀ ਪੀੜ੍ਹੀ ਦੀ ਇੱਕ ਨੀਂਹ ਹੁੰਦੀ ਹੈ ਨਾ, ਅਤੇ ਤੁਸੀਂ ਦੱਸੋ ਆ ਤੁਹਾਡੇ ਪਿੰਡ ਦਾ ਐਜੂਕੇਸ਼ਨ ਸਿਸਟਮ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ। ਹਾਂਜੀ, ਸਾਡੇ ਐਜੂਕੇਸ਼ਨ ਸਿਸਟਮ ਬਹੁਤ ਵਧੀਆ ਹੈ ਜੀ। ਵੈਸੇ ਜਿਹੜਾ ਸਰਕਾਰੀ ਸਕੂਲ ਜਿੰਨੇ ਵੀ ਹੈ ਨਾ,
ਤੇ ਇਹਦੇ ਵਿੱਚ ਸਰਕਾਰ ਟੀਚਰ ਨਹੀਂ ਪੂਰੇ ਭੇਜਦੀ ਜੀ ਤੇ ਜਿਹੜਾ ਇਹਦੇ ਵਿੱਚ 2 ਸਕੂਲ ਚੱਲਦੇ, ਇੱਕ ਪ੍ਰਾਇਮਰੀ ਸਕੂਲ ਆ, ਇੱਕ ਮਿਡਲ ਸਕੂਲ ਆ। ਮਿਡਲ ਸਕੂਲ 3 ਕਲਾਸਾਂ ਆ ਤੇ ਉੱਥੇ 5 ਅਧਿਆਪਕ ਆ ਤੇ ਪ੍ਰਾਇਮਰੀ ਸਕੂਲ ਦੇ ਵਿੱਚ 5 ਕਲਾਸਾਂ ਆ ਤੇ ਅਧਿਆਪਕ 3 ਆ। ਅੱਛਾ ਜੀ। ਹਾਂਜੀ, ਤੇ ਸਰਕਾਰਾਂ ਨੂੰ ਚਾਹੀਦਾ ਸਟਾਫ ਪੂਰਾ ਕਰੇ, ਪੜ੍ਹਾਈ ਫੇਰ ਹੀ ਪੂਰੀ ਹੋਊਗੀ। ਵੈਸੇ ਜਿਹੜਾ ਜਿੰਨਾ ਵੀ ਸਟਾਫ ਇਹ ਹੈਗਾ ਨਾ, ਮਿਹਨਤੀ ਬਹੁਤ ਆ ਜੀ ਉਹ ਬੜੀ ਦਿਲੋਂ ਜਾਨ ਨਾਲ ਕਰਦੇ ਆ, ਪਰ ਜੇ ਜਿੰਨੀਆਂ ਕਲਾਸਾਂ ਉਨੇ ਟੀਚਰ ਹੋਣ ਫੇਰ ਹੀ ਪੜ੍ਹਾਈ ਅਸਲੀ ਹੋ ਸਕਦੀ ਹੈ। ਹਾਂਜੀ ਦੋਸਤੋ, ਬਿਲਕੁਲ ਔਕੜਾਂ ਤਾਂ ਕਈ ਵਾਰੀ ਆ ਜਾਂਦੀਆਂ ਨੇ, ਪਰ ਸਾਡੀ ਮਿਹਨਤ ਜ਼ਰੂਰ ਰੰਗ ਲਿਆਉਂਦੀ ਹੈ। ਜਿਸ ਤਰ੍ਹਾਂ ਕਿ ਸਰ ਨੇ ਦੱਸਿਆ ਕਿ ਟੀਚਰਾਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਵੀ ਇੱਥੇ ਟੀਚਰਸ ਬੜੀ ਹੀ ਮਿਹਨਤ ਲਗਨ ਦੇ ਨਾਲ ਇੱਥੋਂ ਦੇ ਸਟੂਡੈਂਟਸ ਨੂੰ ਐਜੂਕੇਸ਼ਨ ਦਿੰਦੇ ਨੇ। ਅਤੇ ਆਓ ਸਰ ਤੋਂ ਪੁੱਛਦੇ ਹਾਂ ਕਿ ਇੱਥੇ ਸਰ ਇੱਥੇ ਕੋਈ ਕਾਲਜ ਵੀ ਹੈਗਾ ਇਸ ਪਿੰਡ 'ਚ? ਨਹੀਂ ਜੀ, ਇੱਥੇ 2 ਸੀਨੀਅਰ ਸੈਕੰਡਰੀ ਸਕੂਲ ਆ। ਓਕੇ ਇੱਕ ਸਰ ਮਾਰਸ਼ਲ ਸੀਨੀਅਰ ਸੈਕੰਡਰੀ ਸਕੂਲ ਜੀ। ਤੇ ਇੱਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਬਲਿਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ। ਸਰ ਇਹ ਨਾਮ ਤੋਂ ਤੇ ਇਹ ਮਾਡਲ ਸਕੂਲ ਆਪਣੇ ਕੀ ਕਹਿੰਦੇ ਨੇ, ਕਨਵੈਂਟ ਸਕੂਲਸ ਹਾਂਜੀ, ਕਨਵੈਂਟ CBSE ਸਿਲੇਬਸ ਦੇ ਦੋਨੇ ਸਕੂਲ ਆ। ਵੈਰੀ ਨਾਈਸ ਜੀ। ਇਸ ਪਿੰਡ ਦੇ ਵਿੱਚ CBSE ਬੋਰਡ ਦੇ ਵੀ 2 ਸਕੂਲ ਹੈਗੇ ਨੇ। ਦੈਟਸ ਵੰਡਰਫੁਲ। ਅਤੇ ਆਓ ਹੁਣ ਦੋਸਤੋ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ ਅਤੇ ਦੇਖਦੇ ਹਾਂ ਕੁਛ ਨਵਾਂ ਇਸ ਪਿੰਡ ਬਾਰੇ। ਆਓ ਚਲੀਏ। ਦੋਸਤੋ ਤੁਰਦੇ ਤੁਰਦੇ ਅਸੀਂ ਇੱਥੇ ਦੇਖਿਆ ਕਿ ਇੱਕ ਦੁਕਾਨ ਹੈ, ਯਸ਼ ਸਟੇਸ਼ਨਰੀ ਅਤੇ ਜਰਨਲ ਸਟੋਰ। ਜੋ ਪਿੰਡਾਂ ਦੀ ਗੱਲ ਚੱਲ ਰਹੀ ਹੈ ਅਤੇ ਪਿੰਡਾਂ ਦੀਆਂ ਦੁਕਾਨਾਂ ਦੀ ਬੜੀ ਅਹਿਮੀਅਤ ਹੁੰਦੀ ਹੈ। ਕਈ ਵਾਰੀ ਪਿੰਡ ਸ਼ਹਿਰ ਤੋਂ ਦੂਰ ਹੁੰਦੇ ਨੇ। ਅਤੇ ਆਓ ਆਪਾਂ ਚੱਲਦੇ ਹਾਂ, ਦੇਖਦੇ ਹਾਂ ਕਿ ਇਸ ਦੁਕਾਨ ਦੇ ਵਿੱਚ ਇਹਨਾਂ ਨੇ ਕੀ ਕੀ ਰੱਖਿਆ ਹੋਇਆ ਹੈ ਅਤੇ ਗੱਲ ਕਰਦੇ ਹਾਂ ਇਹਨਾਂ ਦੇ ਨਾਲ। ਆਓ ਦੋਸਤੋ, ਬਾਹਰੋਂ ਤਾਂ ਇਹ ਸ਼ੌਪ ਬੜੀ ਛੋਟੀ ਜਿਹੀ ਲੱਗ ਰਹੀ ਸੀ, ਬਟ ਅੰਦਰ ਵੜਦੇ ਹੀ ਦੇਖਿਆ ਇਹ ਤਾਂ ਬੜੀ ਵੱਡੀ ਦੁਕਾਨ ਹੈ ਅਤੇ ਮੈਨੂੰ ਲੱਗਦਾ ਕਿ ਜ਼ਰੂਰਤ ਦਾ ਸਾਰਾ ਸਮਾਨ ਇੱਥੇ ਮੌਜੂਦ ਹੈ। ਅਤੇ ਆਓ ਇੱਥੇ ਦੇ ਓਨਰ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਪੁੱਛਦੇ ਹਾਂ ਕਿ ਇੱਥੇ ਲੋਕਾਂ ਦੀ ਜ਼ਿਆਦਾ ਕੀ ਡਿਮਾਂਡ ਹੁੰਦੀ ਹੈ ਅਤੇ ਇਹ ਆਪਣਾ ਸਮਾਨ ਕਿੱਥੋਂ ਲੈ ਕੇ ਆਉਂਦੇ ਨੇ ਅਤੇ ਇੱਥੇ ਕਦੋਂ ਤੋਂ ਹੈਗੇ ਨੇ, ਸਾਰਾ ਕੁਛ ਪੁੱਛਦੇ ਹਾਂ ਇਹਨਾਂ ਨੂੰ। ਸਰ, ਪ੍ਰੋਗਰਾਮ 'ਚ ਤੁਹਾਡਾ ਸਵਾਗਤ। ਅਤੇ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਆਪਣਾ ਨਾਮ ਦੱਸਿਓ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕੁਲਵਿੰਦਰ ਸਿੰਘ ਹੈ ਜੀ ਜੀ ਅਤੇ ਮੈਂ ਇੱਥੋਂ ਨੈਣੋਵਾਲ ਦਾ ਰਹਿਣ ਵਾਲਾ। ਜੀ ਮੇਰੇ ਮਤਲਬ ਪਹਿਲਾਂ ਤੋਂ ਅਸੀਂ ਇੱਥੇ ਰਹਿ ਰਹੇ ਹਾਂ ਜੀ ਜੀ। ਅਤੇ ਹੁਣ ਮੈਂ ਵੈਸੇ ਖੁਦ ਮਰਚੈਂਟ ਨੇਵੀ 'ਚ ਸਰਵਿਸ ਕਰ ਰਿਹਾ। ਅੱਛਾ ਜੀ। ਲੇਕਿਨ ਅਸੀਂ ਕੁਝ ਇੱਕ ਸਮੇਂ ਤੋਂ ਦੇਖ ਰਹੇ ਸੀ ਕਿ ਪਿੰਡ ਦੀਆਂ ਜਿਹੜੀਆਂ ਲੇਡੀਜ਼ ਹੈਗੀਆਂ ਉਹਨਾਂ ਨੂੰ ਬਾਹਰ ਸ਼ਹਿਰ 'ਚ ਜਾ ਕੇ ਜਿਹੜਾ ਕੋਸਮੈਟਿਕ ਵਗੈਰਾ ਦਾ ਸਮਾਨ ਆ, ਇਕੱਲੇ ਜਾ ਕੇ ਉਹਨਾਂ ਨੂੰ ਲੈਣਾ ਜਿਹੜਾ ਮੁਸ਼ਕਿਲ ਹੁੰਦੀ ਸੀ। ਜੀ ਜੀ। ਕਿਉਂਕਿ ਬਹੁਤ ਸਾਰੇ ਸਾਡੇ ਆਪਣੇ ਤੁਹਾਨੂੰ ਪਤਾ ਪੰਜਾਬੀ ਭਰਾ ਜਿਹੜੇ ਆ ਬਾਹਰ ਗਏ ਹੋਏ ਨੇ ਹਾਂਜੀ। ਅਤੇ ਲੇਡੀਜ਼ ਘਰ ਵਿੱਚ ਇਕੱਲੀਆਂ ਹੈਗੀਆਂ ਨੇ। ਜੀ। ਅਤੇ ਉਹ ਇੱਕ ਤਾਂ ਉਹਨਾਂ ਨੂੰ ਕੋਈ ਜਾਣ ਦਾ ਸਾਧਨ ਨਹੀਂ ਸੀਗਾ ਪਿੰਡਾਂ ਵਿੱਚ ਕੋਈ ਇੰਨਾ ਖਾਸ। ਹਾਂਜੀ ਹਾਂਜੀ। ਅਤੇ ਦੂਸਰਾ ਜਿਹੜੇ ਬੱਚਿਆਂ ਦੀ ਅੱਜ ਕੱਲ੍ਹ ਸਟੱਡੀ ਹੈ, ਐਜੂਕੇਸ਼ਨ ਹੈ, ਉਹਦੇ ਵਿੱਚ ਵੀ ਜਿਹੜੇ ਟੀਚਰਸ ਵਗੈਰਾ ਹੈਗੇ ਨੇ ਉਹ ਇਹੋ ਜਿਹਾ ਸਮਾਨ ਦੱਸਦੇ ਵੀ ਸਾਨੂੰ ਜਿਹੜਾ ਪਿੰਡ 'ਚ ਅਵੇਲੇਬਲ ਨਹੀਂ ਸੀਗਾ। ਵੈਰੀ ਟਰੂ। ਕਿਉਂਕਿ ਮੇਰੇ ਬੱਚੇ ਵੀ ਖੁਦ ਅਸੀਂ ਇਸ ਪੜ੍ਹ ਰਹੇ ਹੈਗੇ ਆਲੇ ਦੁਆਲੇ। ਜੀ। ਅਤੇ ਮੈਂ ਬਾਹਰ ਜਿੰਨਾ ਚਿਰ ਰਹਿੰਦਾ ਸੀ ਅਤੇ ਮੇਰੀ ਵਾਈਫ ਨੂੰ ਪਿੱਛੋਂ ਕਾਫੀ ਪ੍ਰੋਬਲਮ ਹੁੰਦੀ ਸੀ। ਜੀ। ਇਸ ਕਰਕੇ ਅਸੀਂ ਇਹ ਸੋਚਿਆ ਕਿ ਅਸੀਂ ਇਹੋ ਜਿਹਾ ਸਮਾਨ ਰੱਖੀਏ ਵੀ ਜਿਹੜਾ ਪਿੰਡ ਦੀ ਲੇਡੀਜ਼ ਨੂੰ ਔਰ ਬੱਚਿਆਂ ਨੂੰ ਬਾਹਰ ਜਾਣ ਦੀ ਦਿੱਕਤ ਨਾ ਹੋਵੇ। ਬਹੁਤ ਹੀ ਵਧੀਆ ਜੀ, ਤੁਸੀਂ ਤਾਂ ਬੜੀ ਵਧੀਆ ਸੋਚ ਰੱਖੀ। ਐਕਚੁਅਲੀ ਦੋਸਤੋ ਹੁੰਦੀ ਹੈ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਹਾਂ, ਇਹ ਪ੍ਰੋਬਲਮ ਹੁੰਦੀ ਹੈ ਕਿ ਸਾਨੂੰ ਜ਼ਰੂਰਤ ਦਾ ਸਮਾਨ ਨਹੀਂ ਮਿਲਦਾ। ਸਪੈਸ਼ਲੀ ਲੇਡੀਜ਼ ਨੂੰ ਅਤੇ ਬੱਚਿਆਂ ਨੂੰ ਬੜੀ ਦਿੱਕਤ ਆਉਂਦੀ ਹੈ। ਮੈਂ ਵੀ ਪਰਸਨਲੀ ਐਕਸਪੀਰੀਅੰਸ ਕੀਤਾ ਸੀ। ਇੱਕ ਵਾਰੀ ਅਸੀਂ ਵੀ ਆਪਣੇ ਕਿਸੇ ਰਿਸ਼ਤੇਦਾਰਾਂ ਦੇ ਬੱਚਿਆਂ ਦੀਆਂ ਛੁੱਟੀਆਂ ਕੱਟਣ ਗਏ ਸੀਗੇ ਅਤੇ ਉੱਥੇ ਉਹਨਾਂ ਨੂੰ ਬੱਚਿਆਂ ਨੂੰ ਅਸਾਈਨਮੈਂਟ ਮਿਲ ਗਿਆ ਅਤੇ ਜਦੋਂ ਅਸੀਂ ਉੱਥੇ ਦੁਕਾਨਾਂ 'ਤੇ ਗਏ ਸਮਾਨ ਲੱਭਣ ਅਤੇ ਸਾਨੂੰ ਉਹ ਸਮਾਨ ਹੀ ਨਹੀਂ ਮਿਲਿਆ। ਅਤੇ ਇਹਨਾਂ ਨੇ ਬੜਾ ਹੀ ਚੰਗਾ ਉਪਰਾਲਾ ਕੀਤਾ ਕਿ ਸੋਚ ਕੇ ਕਿ ਪਿੰਡ 'ਚ ਕਿਸੇ ਨੂੰ ਪ੍ਰੋਬਲਮ ਨਾ ਆਵੇ, ਇਸ ਕਰਕੇ ਇਹਨਾਂ ਨੇ ਸਾਰਾ ਜ਼ਰੂਰਤ ਦਾ ਸਮਾਨ ਇੱਥੇ ਦੁਕਾਨ 'ਚ ਰੱਖਿਆ ਹੋਇਆ। ਆਹ ਹੁਣ ਚੱਲਦੇ ਹਾਂ ਅੱਗੇ ਕਿਸੇ ਹੋਰ ਜਗ੍ਹਾ 'ਤੇ, ਉੱਥੇ ਰੁਕਾਂਗੇ ਅਤੇ ਦੇਖਾਂਗੇ ਇੱਥੇ ਹੋਰ ਕੀ ਖਾਸ ਹੈ। ਦੋਸਤੋ, ਪਹਿਲਾਂ ਤਾਂ ਘੁੰਮਦੇ ਘੁੰਮਦੇ ਅਸੀਂ ਦੇਖੇ ਇੰਨੇ ਸੋਹਣੇ ਸੋਹਣੇ ਕਿੰਨੂ ਦੇ ਬਾਗ, ਅਤੇ ਅਸੀਂ ਸੋਚਿਆ ਕਿਉਂ ਨਾ ਇੱਥੇ ਜਾਇਆ ਜਾਵੇ ਅਤੇ ਇੱਥੋਂ ਦੀ ਬਾਰੇ ਜਾਣਕਾਰੀ ਲਈ ਜਾਵੇ। ਅਤੇ ਇੱਥੇ ਮੈਨੂੰ ਤਾਂ ਰਸਤਾ ਹੀ ਨਹੀਂ ਮਿਲ ਰਿਹਾ, ਹਰ ਪਾਸੇ ਕਿੰਨੂ ਕਿੰਨੂ ਨੇ, ਦੇਖ ਕੇ ਦਿਲ ਖੁਸ਼ ਹੋ ਗਿਆ। ਅਤੇ ਚਲੋ ਇੱਥੋਂ ਦੇ ਮਾਲਿਕ ਦੇ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਅਤੇ ਜਾਣਦੇ ਹਾਂ ਉਹਨਾਂ ਤੋਂ ਕਿ ਉਹ ਕਦੋਂ ਤੋਂ ਇਹ ਕਿੰਨੂ ਦੀ ਖੇਤੀ ਕਰ ਰਹੇ ਨੇ ਅਤੇ ਉਹ ਕਿਸ ਤਰ੍ਹਾਂ ਇਸ ਦਾ ਰੱਖ ਰਖਾਵ ਕਰਦੇ ਨੇ।
ਸਤਿ ਸ਼੍ਰੀ ਅਕਾਲ ਸਰ, ਪ੍ਰੋਗਰਾਮ 'ਚ ਤੁਹਾਡਾ ਸਵਾਗਤ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਸਰ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਸੀਂ ਕਿੰਨੇ ਚਿਰ ਤੋਂ ਇਹ ਕਿੰਨੂਆਂ ਦਾ ਬਾਗ ਚਲਾ ਰਹੇ ਹੋ? ਤਕਰੀਬਨ 35 ਸਾਲ ਤੋਂ ਜੀ। 35 ਸਾਲ 85 ਤੋਂ ਗੱਲ ਕਰੀ। ਬਹੁਤ ਹੀ ਲੰਬਾ ਸਮਾਂ ਹੋ ਗਿਆ ਫਿਰ ਤੇ, ਮਤਲਬ ਤੁਹਾਡਾ ਬਹੁਤ ਹੀ ਐਕਸਪੀਰੀਅੰਸ ਆ ਇਹਦੇ ਵਿੱਚ। ਅਤੇ ਸਾਡੇ ਦਰਸ਼ਕਾਂ ਨੂੰ ਤੁਸੀਂ ਹੁਣ ਇਹ ਦੱਸੋ ਕਿ ਕਿੰਨੂ ਦਾ ਮਤਲਬ ਰੱਖ ਰਖਾਵ ਕਿਸ ਤਰ੍ਹਾਂ ਹੁੰਦਾ? ਰੱਖ ਰਖਵਾਏ ਤਾਂ ਮੌਕੇ ਦੇ ਡਾਕਟਰਾਂ ਦੀ ਸਲਾਹ ਦੇ ਨਾਲ, ਕੁਛ ਆਪਣੇ ਤਜਰਬੇ ਦੇ ਮੁਤਾਬਕ ਜੀ ਸ਼ੁਰੂ ਤੋਂ ਲਾਉਣ ਤੋਂ ਟਾਈਮ ਤੋਂ ਲੈ ਕੇ ਜੀ ਸਾਰੇ ਖਾਦ ਦਾ ਢੇਰ ਦਾ ਆਪਣੇ ਡਾਕਟਰ ਜੀ ਅਤੇ ਉਹਨਾਂ ਦੇ ਨਾਲ ਸਲਾਹ ਦੇ ਨਾਲ ਜੋ ਵੀ ਉਹ ਕਹਿੰਦੇ ਆ, ਢੇਰ ਸਪਰੇਅ ਮੌਕੇ ਦੇ ਹਿਸਾਬ ਨਾਲ, ਸਿੰਚਾਈ ਵਗੈਰਾ ਜਿਹੜੀ ਕਰਨੀ ਹੈਗੀ ਆ ਜੀ ਉਸ ਹਿਸਾਬ ਨਾਲ ਕੀਤੀ ਜਾਂਦੀ ਹੈਗੀ ਆ ਜੀ। ਅਤੇ ਆਪਣੇ ਇੱਥੋਂ ਦੇ ਕਿੰਨੂ ਜਿਹੜੇ ਆ ਕਿੱਥੇ ਕਿੱਥੇ ਐਕਸਪੋਰਟ ਕੀਤੇ ਜਾਂਦੇ ਆ ਸਰ? ਤਕਰੀਬਨ ਅਸੀਂ ਤਾਂ ਵੈਸੇ ਪੰਜਾਬ 'ਚ ਹੀ ਕਰਦੇ ਹਾਂ, ਵੈਸੇ ਆਲ ਇੰਡੀਆ ਬਾਹਰ ਵੀ ਜਾਂਦੇ ਹੈਗੇ ਆ ਜੀ ਅਤੇ ਇੱਧਰ ਬੰਗਾਲ ਬਿਹਾਰ ਬੰਗਲੌਰ ਵਗੈਰਾ ਮਦਰਾਸ, ਇੱਧਰ ਸਾਰੇ ਗੱਲ ਕਰ ਆਲ ਇੰਡੀਆ 'ਚ ਤਾਂ ਜਾਂਦੇ ਹੀ ਹੈਗੇ ਆ। ਠੀਕ ਹੈ ਜੀ। ਅਤੇ ਸਰ ਆਪਣਾ ਇਹ ਜਿਹੜਾ ਬਾਗ ਹੈ ਕਿੰਨੂਆਂ ਦਾ, ਇਹ ਕਿੰਨੇ ਏਕੜ 'ਚ ਇਹ ਫੈਲਿਆ? ਤਕਰੀਬਨ 20 ਏਕੜ 'ਚ ਹੈ ਇੱਥੇ ਇੱਕ ਜਿਹੜਾ ਇਕੱਠਾ ਜਿਹੜਾ ਹੈ। ਠੀਕ ਹੈ ਜੀ। ਇਹ ਵਾਲਾ ਬਾਗ 20 ਏਕੜ 'ਚ ਫੈਲਿਆ ਹੋਇਆ। ਵੈਸੇ ਸਾਨੂੰ ਜੋ ਦੇਖਣ 'ਚ ਆਇਆ ਹੈ ਕਿ ਇਸ ਤਰ੍ਹਾਂ ਦੇ ਇਸ ਪਿੰਡ 'ਚ 5-7 ਹੋਰ ਬਾਗ ਨੇ, ਅਤੇ ਇਹ ਮੈਨੂੰ ਲੱਗਦਾ ਇੱਥੋਂ ਦੀ ਮੁੱਖ ਖੇਤੀ ਵੀ ਆਪਾਂ ਨੂੰ ਕਹਿ ਸਕਦੇ ਹਾਂ। ਅਤੇ ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ। ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਕਿ ਤੁਹਾਨੂੰ ਪਿੰਡ ਨਾਲ ਜੁੜੀ ਇੱਕ ਬਰੀਕ ਤੋਂ ਬਰੀਕ ਕੜੀ ਦੀ ਜਾਣਕਾਰੀ ਦਈਏ। ਅਤੇ ਹੁਣ ਅਖੀਰ 'ਚ ਅਸੀਂ ਬਾਗ ਦੇ ਵਿੱਚ ਇਸ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਅਤੇ ਤੁਹਾਡੀਆਂ ਜ਼ਿੰਦਗੀਆਂ ਵੀ ਇਸ ਬਾਗ ਵਾਂਗੂ ਖਿੜੀਆਂ ਰਹਿਣ, ਹੱਸਦੇ ਵਸਦੇ ਰਹੋ। ਅਤੇ ਦੋਸਤੋ, ਤੁਸੀਂ ਸਾਡੇ ਨਾਲ ਜੁੜੇ ਰਹੋ ਅਤੇ ਦੇਖਦੇ ਰਹੋ ਵੀ ਪੰਜਾਬੀ ਚੈਨਲ। ਅਤੇ ਹਾਂ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਤਾਂ ਕਿ ਇਸ ਤਰ੍ਹਾਂ ਦੀਆਂ ਹੋਰ ਵੀ ਖੂਬਸੂਰਤ ਸਟੋਰੀਜ਼ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀਆਂ ਹੋਣ। ਧੰਨਵਾਦ।